आप लिहो तुम कथा सुधारी। सतनाम श्री वाहिगुरु साहिब जी। मेला बहर बसोए केरा, चौह दिश ते आगमन कनेरा। लग सुत भगतु को चल आयो, जिसको जीवन नाम सुहायो। वाहिगुरु जी का खालसा, वाहिगुरु जी की फतेह। परम सत्कारयोग गुरु खालसा साध संगत जी, आप जी गुरु चरनां 'च बैठ के अपने जीवन दीयां कीमती घड़ियां गुरु लेखे ला रहे हो। अपने सवासां दा भला कर रहे हो। सवासां दी सफलता लई गुरबाणी दे पाठ कीर्तन कथा हरि जस सरवण करते हो। धन सतगुरु महाराज साहब श्री गुरु हराए साहब जी करतारपुर साहब जा बिराजे, जिथों दियां संगतां ने महाराज का बहुत सत्कार किया है। बाबा धीरमल जी ने भी अते होर सोढ़ी परिवार सारे मिले हैं। इस तो कुछ समय बाद विसाखी का मेला आ गया, वो भी करतारपुर साहब बहुत भरिया है। आओ आपां ये कथा सरवण करिए। मन बिरतियां गुरु हराए साहब के चरणों 'च इकागर करके आखिए सतनाम श्री वाहिगुरु साहिब जी। सतनाम श्री वाहिगुरु साहिब जी। मेला बहर बसोए केरा, विसाखी का मेला आ गया। चौह दिश ते आगमन कनेरा। दुनिया बहुत दूरों दूरों चल के करतारपुर साहब पहुंची है। लग सुत भगतु को चल आयो। भाई भगतू जी का छोटा पुत्र जीवन भी इस मेले विच आ गया। जिसको जीवन नाम सुहायो। ਇਹਦਾ नाम भाई जीवन सी। ਇਹ ਭਾਈ ਭਗਤੂ ਜੀ ਦਾ ਛੋਟਾ ਪੁੱਤਰ ਸੀ, ਗੋਰੇ ਦਾ ਛੋਟਾ ਭਰਾ ਸੀ। ਗੋਰਾ ਵੱਡੋ ਰਾਜਸੀ ਲੱਛਣ, ਵੱਡਾ ਭਰਾ ਸੀ ਗੋਰਾ, ਜਿਹਦੇ ਲੱਛਣ ਰਾਜਨੀਤਾ ਵਾਲੇ ਸਨ, ਰਾਜਸੀ ਲੱਛਣ ਸਨ। ਰਜੋਗੁਣੀ ਬਿਰਤੀ ਫੌਜਾਂ ਬਣਾਈਆਂ ਹੋਈਆਂ, ਸ਼ਸਤਰ ਬਸਤਰ ਰੱਖਦਾ ਸੀ, ਸ਼ਿਕਾਰ ਖੇਡਦਾ ਸੀ ਤੇ ਇਲਾਕਿਆਂ ਦੇ ਉੱਤੇ ਰਾਜ ਕਰਦਾ ਸੀ। ਇਸ ਕੋ ਸੰਤ ਸੁਭਾਵ ਵਿਚਛਣ। ਛੋਟੇ ਦਾ ਨਾਮ ਭਾਈ ਜੀਵਨ ਸੀ। ਇਹ ਸਾਧੂ ਸੁਭਾਅ ਦਾ ਸੀ। ਇਹ ਮਹਾਰਾਜ ਦੀ ਬਾਣੀ ਪੜ੍ਹਨ ਵਾਲਾ, ਨਾਮ ਜਪਣ ਵਾਲਾ, ਸੰਤਾਂ ਗੁਰਸਿੱਖਾਂ ਦੀ ਸੇਵਾ ਕਰਨ ਵਾਲਾ, ਸਾਧੂ ਬਿਰਤੀ ਵਾਲਾ ਬੰਦਾ ਸੀ। ਸੰਗ ਬਿਰਾੜ ਸੰਗਤਾ ਕਈ। ਇਹਦੇ ਨਾਲ ਬਹੁਤ ਸਾਰੇ ਬਰਾੜ ਮਾਲਵੇ ਦੇ ਤੇ ਸੰਗਤਾਂ ਮਾਲਵੇ ਦੀਆਂ ਬਹੁਤ ਆਈਆਂ ਹਨ। ਗੁਰੂ ਦਰਸ ਕੋ ਪਹੁੰਚੇ ਤੇਈ। ਇਹਨਾਂ ਮਲਵਈਆਂ ਨੇ ਆ ਕੇ ਗੁਰੂ ਮਹਾਰਾਜ ਸਤਵੇਂ ਪਾਤਸ਼ਾਹ ਦੇ ਦਰਸ਼ਨ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਕੀਤੇ ਹਨ। ਅਪਰ ਕਹਾਂ ਲਗ ਗਿਨੀ ਇਹ ਮੇਲਾ। ਭਾਈ ਸਾਹਿਬ ਲਿਖਦੇ ਨੇ, ਮੈਂ ਕਿੱਥੋਂ ਤੱਕ ਇਸ ਮੇਲੇ ਦੀ ਕਥਾ ਦੀ ਵਿਆਖਿਆ ਕਰਾਂ, ਵਰਣਨ ਕਰਾਂ। ਜੋ ਸਤਿਗੁਰ ਦਰਬਾਰ ਸਕੇਲਾ। ਜਿਹੜਾ ਗੁਰੂ ਸਾਹਿਬ ਦੇ ਦਰਬਾਰ 'ਚ ਮੇਲਾ ਭਰਿਆ, ਉਹ ਬੇਅੰਤੀ ਸੰਗਤਾਂ ਆਈਆਂ ਹਨ। ਖਰੇ ਮੇਵੜੇ ਸਭਾ ਮਝਾਰਾ। ਅਰਦਾਸੀਏ ਖੜੇ ਹਨ, ਸੰਗਤਾਂ ਦੀਆਂ ਅਰਦਾਸਾਂ ਕਰੀ ਜਾਂਦੇ ਹਨ। ਸਿੱਖਿਅਨ ਕੀ ਅਰਦਾਸ ਉਚਾਰੈ। ਜੋ ਕੋਈ ਭੇਟਾ ਲੈ ਕੇ ਆਉਂਦਾ ਹੈ, ਉਹਦੀ ਅਰਦਾਸੀਆ ਕਰਦਾ ਹੈ। ਲੈ ਲੈ ਧਨ ਮਸੰਦ ਸਮੁਦਾਇ। ਮਸੰਦ ਜਿਹੜੇ ਨਿਦੇਸ਼ਾਂ ਤੋਂ, ਪਰਦੇਸਾਂ ਤੋਂ ਸੰਗਤਾਂ ਨੂੰ ਨਾਲ ਲੈ ਕੇ ਉਹਨਾਂ ਸੰਗਤਾਂ ਦੀ ਮਾਇਆ ਦਸਵੰਧ ਇਕੱਠੀ ਕਰਕੇ ਲਿਆਏ ਹਨ। ਆਨ ਗੁਰ ਕੋ ਦਰਸ਼ਨ ਪਾਏ। ਔਰ ਉਹਨਾਂ ਮਸੰਦਾਂ ਨੇ ਅਤੇ ਸੰਗਤਾਂ ਨੇ ਸ੍ਰੀ ਕਰਤਾਰਪੁਰ ਸਾਹਿਬ ਆ ਕੇ ਗੁਰੂ ਹਰਾਏ ਸਾਹਿਬ ਦੇ ਦਰਸ਼ਨ ਕੀਤੇ ਹਨ। ਨਿਜ ਨਿਜ ਸੰਗ ਸੰਗਤਾ ਬ੍ਰਿੰਦ। ਨਾਲ ਬਹੁਤ ਸਾਰੀਆਂ ਸੰਗਤਾਂ ਵੀ ਆਈਆਂ ਹਨ। ਕਰਹਿ ਜਨਾਵਨ ਜਗ ਕਰ ਬੰਦ। ਔਰ ਦੋਵੇਂ ਹੱਥ ਜੋੜ ਜੋੜ ਕੇ ਮਹਾਰਾਜ ਨੂੰ ਨਮਸਕਾਰ ਕਰਦੇ, ਮੱਥਾ ਟੇਕਦੇ ਹਨ। ਭੂਤ ਸਮੇਂ ਕੀ ਪਾਖਹਿ ਕਈ। ਬੀਤ ਸੁਕੇ ਸਮੇਂ ਦੀਆਂ ਗੱਲਾਂ ਕਈ ਦੱਸਦੇ ਹਨ। ਕੇਚਤ ਕਹਿ ਭਵਿਖਿਅਤ ਲਈ। ਕਈ ਭਵਿੱਖ ਦੀਆਂ ਗੱਲਾਂ ਪੁੱਛਦੇ ਹਨ ਮਹਾਰਾਜ ਕੋਲੋਂ ਵੀ, ਆਉਣ ਵਾਲਾ ਸਮਾਂ ਗੁਰੂ ਜੀ ਕਿੱਦਾਂ ਦਾ ਹੋਵੇਗਾ। ਵਰਤਮਾਨ ਕਾਮਨਾ ਜੋ ਬ੍ਰਿੰਦ। ਜੋ ਵਰਤਮਾਨ ਸਮਾਂ ਚੱਲ ਰਿਹਾ ਹੈ, ਉਹਦੇ ਵਿੱਚ ਜਿਹੜੀਆਂ ਕਾਮਨਾ ਮਨ ਦੀਆਂ ਇੱਛਾਵਾਂ ਨੇ, ਉਹ ਵੀ ਗੁਰੂ ਤੋਂ ਪੂਰੀਆਂ ਕਰਵਾਉਂਦੇ ਹਨ। ਪੂਰੀ ਰਹੀ ਪੁਰ ਹੋ ਸੁਖ ਕੰਦ। ਮਹਾਰਾਜ ਸੱਚੇ ਪਾਤਸ਼ਾਹ ਜੀ ਸਭ ਤੇ ਕਿਰਪਾ ਕਰਦੇ, ਸਾਰਿਆਂ ਦੀ ਅਰਦਾਸ ਬੇਨਤੀ ਸੁਣ ਕੇ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਸਭ ਦੀਆਂ ਆਸਾਂ ਮੁਰਾਦਾਂ ਗੁਰੂ ਮਹਾਰਾਜ ਪੂਰੀਆਂ ਕਰ ਦਿੰਦੇ ਹਨ। ਬਿਗਨ ਬਿਨਾਸੋ ਦਾਸ ਨਿਰਾਸ। ਇਹ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ, ਸਾਡੇ ਕਾਰਜ ਰਾਸ ਕਰੋ। ਤੁਸੀਂ ਸਾਡੇ ਭੂਤ ਭਵਿੱਖ ਵਰਤਮਾਨ ਦੇ ਇੱਕੋ ਇੱਕ ਦਾਤੇ ਹੋ।
ਅਸੀਂ ਹੋਰ ਕਿਹੜੇ ਦਰ ਤੇ ਜਾਈਏ, ਕਿਹਦੇ ਕੋਲੋਂ ਮੰਗੀਏ। ਸਾਡੇ ਬਿਘਨਾਂ ਦਾ ਨਾਸ ਕਰੋ, ਸਾਨੂੰ ਸੁੱਖਾਂ ਦੀ ਦਾਤ ਬਖਸ਼ੋ ਜੀ। ਬਨਹੁ ਸਹਾਇਕ ਆਨੰਦ ਪ੍ਰਕਾਸ਼। ਹੇ ਸਤਿਗੁਰੂ ਜੀ, ਸਾਡੇ ਲੋਕ ਪਰਲੋਕ ਦੇ ਰਾਖੇ ਹੋ ਤੁਸੀਂ, ਸਾਡੀ ਸਹਾਇਤਾ ਤੁਸੀਂ ਕਰਨੀ ਹੈ। ਆਨੰਦ ਖੁਸ਼ੀ ਖੇੜਾ ਸਾਡੇ ਘਰਾਂ ਵਿੱਚ ਤੁਸੀਂ ਦੇਣਾ ਹੈ ਸਤਿਗੁਰੂ ਜੀ। ਦਰਸਹਿ ਚਾਹੁੰਦਿਸ਼ ਮੈਂ ਨਰ ਭੀਰ। ਇਸ ਤਰ੍ਹਾਂ ਹਜ਼ਾਰਾਂ ਲੋਕ ਗੁਰੂ ਸਾਹਿਬ ਦੇ ਚਰਨਾਂ 'ਚ ਵਿਸਾਖੀ ਦੇ ਮੇਲੇ ਤੇ ਹਾਜ਼ਰੀਆਂ ਭਰ ਰਹੇ ਨੇ, ਮਹਾਰਾਜ ਦੇ ਦਰਸ਼ਨ ਕਰ ਰਹੇ ਨੇ, ਮਹਾਰਾਜ ਦੀ ਬਾਣੀ ਸੁਣ ਰਹੇ ਨੇ, ਬੜੇ ਪ੍ਰੇਮ ਨਾਲ ਆਪਣੀਆਂ ਮਨੋਕਾਮਨਾ ਪੂਰੀਆਂ ਕਰ ਰਹੇ ਨੇ। ਮੁਖੇ ਹਜ਼ਾਰੋਂ ਬੈਠੇ ਤੀਰ। ਹਜ਼ਾਰਾਂ ਸਿੱਖ ਆਏ ਹੋਏ ਨੇ, ਲੱਖਾਂ ਸੰਗਤਾਂ ਆਈਆਂ ਹੋਈਆਂ ਨੇ, ਤੇ ਗੁਰੂ ਕੇ ਮੁਖੀਏ ਮਸੰਦ ਵੀ ਹਜ਼ਾਰਾਂ ਦੀ ਤਾਦਾਦ ਵਿੱਚ ਗੁਰੂ ਦਰਬਾਰ ਵਿੱਚ ਬੈਠੇ ਸੋਭਾ ਪਾ ਰਹੇ ਨੇ। ਦੂਰ ਦੂਰ ਲੋ ਠਾਂਡੇ ਬ੍ਰਿੰਦ। ਦੂਰ ਦੂਰ ਤੱਕ ਬਹੁਤ ਸਾਰੇ ਲੋਕ ਬੈਠੇ ਹਨ। ਦੇਖਿਆ ਹੈ ਸਤਿਗੁਰ ਮੁਖ ਅਰਵਿੰਦ। ਔਰ ਮਹਾਰਾਜ ਦੇ ਪਾਵਨ ਮੁਖਾਰ ਬਿੰਦ ਵੱਲ ਵੇਖੀ ਜਾਂਦੇ, ਮਹਾਰਾਜ ਦੇ ਦਰਸ਼ਨ ਕਰਦੇ ਨੇ ਸਿੱਖ। ਕਰੁਣਾ ਭਰੇ ਸਲਾਜ ਬਿਲੋਚਨ। ਮਹਾਰਾਜ ਦੇ ਨੇਤਰਾਂ ਵਿੱਚ ਕਰੁਣਾ, ਦਇਆ, ਤਰਸ ਭਰਿਆ ਹੋਇਆ ਸਾਰੇ ਸਿੱਖਾਂ ਦੇ ਵਾਸਤੇ, ਕਿਉਂਕਿ ਮਹਾਰਾਜ ਦੇ ਨੇਤਰਾਂ ਵਿੱਚ ਦਇਆ ਕਰੁਣਾ ਦਾ ਭਾਵ ਹਮੇਸ਼ਾ ਹੀ ਆਪਣੇ ਪਿਆਰਿਆਂ ਵਾਸਤੇ ਬਣਿਆ ਰਹਿੰਦਾ ਹੈ। ਡਾਰਤ ਦ੍ਰਿਸ਼ਟ ਗੁਰੂ ਦੁਖ ਮੋਚਨ। ਜਿਹੜੇ ਬੰਦੇ ਵੱਲ ਵੀ ਗੁਰੂ ਰਾਏ ਸਾਹਿਬ ਜੀ ਕਿਰਪਾ ਦ੍ਰਿਸ਼ਟੀ ਫੇਰ ਦਿੰਦੇ ਹਨ, ਕਿਰਪਾ ਕਟਾਖ ਅਵਲੋਕਨ ਕੀਨੋ, ਦਾਸ ਕਾ ਦੁਖ ਬਿਦਾਰਿਓ। ਸਤਿਗੁਰੂ ਜੀ ਉਸ ਬੰਦੇ ਦੇ ਸਾਰੇ ਦੁੱਖੜੇ ਦੂਰ ਕਰ ਦਿੰਦੇ ਹਨ। ਵਿਆਪਕ ਘਟ ਘਟ ਕੀ ਸਭ ਜਾਣਤ। ਸਤਿਗੁਰੂ ਘਟ ਘਟ ਵਿੱਚ ਵਿਆਪਕ ਹਨ, ਜਰੇ ਜਰੇ ਵਿੱਚ ਮਹਾਰਾਜ ਦੀ ਜੋਤ ਦਾ ਪ੍ਰਕਾਸ਼ ਹੈ। ਇਸ ਕਰਕੇ ਸਾਰਿਆਂ ਦੇ ਘਟਾਂ ਦੀ ਜਾਣਦੇ ਹਨ। ਜਦੋਂ ਬ੍ਰਹਮ ਗਿਆਨੀ ਮਹਾਤਮਾ ਮਹਾਪੁਰਸ਼ ਇਸ ਲੈਵਲ ਤੇ ਪਹੁੰਚ ਜਾਂਦੇ ਹਨ ਕਿ ਆਪਣੀ ਆਤਮਾ ਨੂੰ ਪਰਮਾਤਮਾ ਨਾਲ ਲੀਨ ਕਰਕੇ ਸਾਰੀਆਂ ਹੀ ਆਤਮਾਵਾਂ ਦੇ ਵਿੱਚ ਵਰਤ ਜਾਂਦੇ, ਜਿੰਨੇ ਵੀ ਸਰੀਰ ਹਨ। ਆਤਮਾ ਦੇ ਸਾਰਿਆਂ 'ਚ ਇੱਕੋ ਹੀ ਹੈ ਨਾ, ਸਭ ਮੈਂ ਜੋਤ, ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਉਹ ਜੋਤ ਗੁਰੂ ਸਾਹਿਬ ਦੀ ਹੈ ਜਿਹੜੀ ਸਾਰਿਆਂ ਵਿੱਚ ਪ੍ਰਕਾਸ਼ਮਾਨ ਹੈ। ਇਸ ਕਰਕੇ ਸਾਰਿਆਂ ਦੇ ਹਿਰਦੇ ਦੀ ਵੀ ਸਤਿਗੁਰੂ ਜਾਣਦੇ ਹਨ। ਕਿਸੇ ਪ੍ਰਾਣੀ ਦੇ ਮਨ ਵਿੱਚ ਕੀ ਚੱਲ ਰਿਹਾ ਹੈ, ਕਿਹੜਾ ਬੰਦਾ ਕੀ ਸੋਚ ਰਿਹਾ ਹੈ, ਚੰਗੇ ਵਿਚਾਰ ਆ ਰਹੇ ਨੇ ਜਾਂ ਮਾੜੇ ਵਿਚਾਰ ਆ ਰਹੇ ਨੇ, ਇਹ ਗੁਰੂ ਸਾਹਿਬ ਜਾਣਦੇ ਹਨ, ਸਭ ਦੇ ਹਿਰਦੇ ਦੀ ਜਾਣਦੇ ਹਨ। ਆਸ ਕਹੇ ਬਿਨ ਪੂਰਨ ਠਾਨਤ। ਮਹਾਰਾਜ ਆਪਣੇ ਸੇਵਕਾਂ ਦੀਆਂ ਅਰਦਾਸਾਂ ਬੇਨਤੀਆਂ ਸੁਣ ਕੇ ਉਹਨਾਂ ਦੀਆਂ ਮਨੋਕਾਮਨਾ ਪੂਰਨ ਕਰਦੇ ਨੇ, ਤੇ ਕਈ ਵਾਰੀ ਬਿਨਾਂ ਮੰਗਿਆ ਹੀ ਬੜਾ ਕੁਝ ਦੇ ਦਿੰਦੇ ਨੇ। ਬਿਨਾਂ ਮੰਗਿਆ ਹੀ ਜਾਣੀ ਜਾਣ ਆਪੇ ਹੀ ਜਾਣਦੇ ਨੇ, ਤੇ ਅਗਲੇ ਦਾ ਫੁਰਨਾ ਮਨ ਦੇ ਵਿੱਚ ਹੀ ਹੁੰਦਾ ਤੇ ਪੂਰਾ ਵੀ ਕਰ ਦਿੰਦੇ ਨੇ। ਜੇ ਸਹਿਕਾਮੀ ਦਾਸ ਮਹਾਨ। ਗੁਰੂ ਘਰ ਦੇ ਜਿਹੜੇ ਸਹਿਕਾਮੀ ਸੇਵਕ ਨੇ, ਸਹਿਕਾਮੀ ਉਹ ਹੁੰਦੇ ਨੇ ਜਿਹੜੇ ਗੁਰੂ ਘਰ 'ਚ ਆ ਕੇ ਦੁਨਿਆਵੀ ਮੰਗਾਂ ਰੱਖਦੇ ਨੇ। ਮਹਾਰਾਜ ਸਾਡੀ ਬੱਚਿਆਂ ਦੀ ਪੜ੍ਹਾਈ ਲਿਖਾਈ ਵਧੀਆ ਹੋਵੇ, ਨੌਕਰੀ ਵਧੀਆ ਮਿਲ ਜਾਵੇ, ਬੱਚਿਆਂ ਦੀ ਸੈਟਿੰਗ ਹੋ ਜਾਵੇ, ਪੜ੍ਹਾਈ ਲਿਖਾਈ ਠੀਕ ਹੋਵੇ, ਨੌਕਰੀ ਵਧੀਆ ਹੋਵੇ, ਕਾਰੋਬਾਰ ਠੀਕ ਹੋਵੇ, ਵਿਆਹ ਸ਼ਾਦੀ ਚੰਗੇ ਘਰ 'ਚ ਹੋਵੇ। ਇਹ ਜਿਹੜੀ ਦੁਨਿਆਵੀ ਮੰਗਾਂ ਵਾਲੇ ਹਨ, ਇਹਨਾਂ ਨੂੰ ਸਹਿਕਾਮੀ ਕਹਿੰਦੇ ਹਨ। ਹਾਂਜੀ, ਕਲਪ ਤਰੋਵਰ ਕੀ ਸਮਝਾਨਾ। ਉਹ ਜਿਹੜੇ ਸਹਿਕਾਮੀ ਸਿੱਖ ਹਨ, ਉਹ ਗੁਰੂ ਸਾਹਿਬ ਨੂੰ ਕਲਪ ਬਿਰਸ਼ ਦੀ ਤਰ੍ਹਾਂ ਜਾਣਦੇ ਹਨ। ਕਲਪ ਬਿਰਸ਼ ਦੇਵਤਿਆਂ ਦਾ ਉਹ ਬਿਰਸ਼ ਹੈ ਜਿਸ ਨੂੰ ਪਾਰਜਾਤ ਵੀ ਕਹਿੰਦੇ ਨੇ, ਕਲਪ ਬਿਰਸ਼ ਵੀ ਕਹਿੰਦੇ ਨੇ। ਉਹਦੀ ਇਹ ਖੂਬੀ ਹੈ ਕਿ ਉਹਦੇ ਕੋਲ ਜਾ ਕੇ ਜਿਹੜਾ ਵੀ ਫਲ ਮੰਗੋ ਉਹੀ ਮਿਲ ਜਾਂਦਾ ਹੈ। ਜਿਹੜੀ ਵੀ ਕਲਪਨਾ ਕਰੋ ਉਹੀ ਦਾਤ ਕਲਪ ਬਿਰਸ਼ ਤੋਂ ਉਹੀ ਫਲ ਮਿਲ ਜਾਂਦਾ ਹੈ। ਸਤਿਗੁਰੂ ਪਾਰਜਾਤ ਹਨ, ਸਤਿਗੁਰੂ ਜੀ ਵੀ ਕਲਪ ਬਿਰਸ਼ ਹਨ। ਜਿਹੋ ਜੀ ਕੋਈ ਮੰਗ ਕਰੇ, ਜਿਹੋ ਜੀ ਕੋਈ ਅਰਦਾਸ ਕਰੇ, ਜਿਹੋ ਜੀ ਕੋਈ ਇੱਛਾ ਕਰੇ, ਉਹ ਹੀ ਪੂਰੀ ਹੋ ਜਾਂਦੀ ਹੈ। ਜਗਿਆਸੀ ਜੇ ਤਕ ਟਿਗ ਆਏ। ਜਿੰਨੇ ਜਗਿਆਸੂ ਹਨ, ਲੋੜਵੰਦ ਹਨ, ਉਹ ਵੀ ਆਉਂਦੇ ਹਨ। ਜਿਹੜੇ ਮੁਕਤੀ ਦੇ ਅਧਿਕਾਰੀ ਹਨ, ਭਾਵ ਜਿਹੜੇ ਚਾਹੁੰਦੇ ਹਨ ਵੀ ਕਲਿਆਣ ਹੋਵੇ ਸਾਡਾ, ਇਹ ਸੰਸਾਰ ਦੇ ਵਿੱਚੋਂ ਅਸੀਂ ਪਾਰ ਨਿਕਲ ਜਾਈਏ, ਇਹ ਜਨਮ ਮਰਨ ਸਾਡਾ ਕੱਟਿਆ ਜਾਵੇ, ਸਾਡੇ ਸਾਰੇ ਹੀ ਦੁੱਖਾਂ ਦੀ ਜੜ ਪੁੱਟੀ ਜਾਵੇ।
ਕਿਉਂਕਿ ਸਾਰੇ ਦੁੱਖਾਂ ਦੀ ਜੜ੍ਹ ਤੇ ਉਦੋਂ ਪੁੱਟੀ ਜਾਂਦੀ ਹੈ ਜਦੋਂ ਆਤਮਾ ਪਰਮਾਤਮਾ ਇੱਕ ਰੂਪ ਹੋ ਜਾਂਦੇ ਹਨ। ਜਦੋਂ ਜੀਵ ਭਾਵ ਮਿਟ ਜਾਂਦਾ ਹੈ ਉਦੋਂ ਹੀ ਦੁੱਖਾਂ ਦੀ ਜੜ੍ਹ ਪੁੱਟੀ ਜਾਂਦੀ ਹੈ, ਉਸ ਤੋਂ ਪਹਿਲਾਂ ਨਹੀਂ ਪੁੱਟੀ ਜਾਂਦੀ। ਉਸ ਤੋਂ ਪਹਿਲਾਂ ਜਿਹੜੇ ਸਾਧਨਾਂ ਨਾਲ ਅਸੀਂ ਦੁੱਖਾਂ ਨੂੰ ਦੂਰ ਕਰਦੇ ਹਾਂ ਉਹ ਸਾਧਨ ਜਵਾਬ ਦੇ ਜਾਂਦੇ। ਮਾਨੋ ਸਰਦੀ ਦਾ ਦੁੱਖ ਸੀਗਾ, ਅਸੀਂ ਹੀਟ ਲਾ ਲਈ, ਗਰਮ ਕੱਪੜੇ ਪਾ ਲਏ, ਰਜਾਈ ਕੰਬਲ ਲੈ ਲਿਆ, ਗੋਟ ਕੱਪੜੇ ਗਰਮ ਪਾ ਲਏ, ਸਰਦੀ ਤਾਂ ਦੂਰ ਹੋ ਗਈ ਪਰ ਸਾਰੇ ਦੁੱਖ ਦੂਰ ਨਹੀਂ ਹੋਏ। ਕੋਈ ਹੋਰ ਦੁੱਖ ਹੋਵੇਗਾ। ਜੇ ਮੰਨ ਲਓ ਭੁੱਖ ਦਾ ਦੁੱਖ ਹੈ, ਭੁੱਖ ਲੱਗੀ ਹੈ ਤੇ ਖਾਣਾ ਪਕਾ ਕੇ ਖਾ ਲਿਆ, ਰੋਟੀ ਖਾ ਲਈ, ਪੇਟ ਭਰ ਗਿਆ, ਪਰ ਗਰਮੀ ਲੱਗਦੀ ਹੈ, ਉਹਦਾ ਕੀ ਕਰਾਂਗੇ? ਫਿਰ ਏਸੀ ਲਾਉਣਾ ਪਏਗਾ, ਪੱਖਾ ਲਾਉਣਾ ਪਵੇਗਾ। ਜੇ ਗਰਮੀ ਤੋਂ ਬਚਣ ਦੇ ਲਈ ਏਸੀ ਲਾਵਾਂਗੇ, ਠੰਡ ਲੱਗੇਗੀ, ਫਿਰ ਠੰਡ ਦਾ ਕੀ ਕਰਾਂਗੇ? ਇਸ ਤਰ੍ਹਾਂ ਸਾਰੇ ਦੁੱਖਾਂ ਦਾ ਨਾਸ ਨਹੀਂ ਹੁੰਦਾ ਸੰਸਾਰੀ ਸਾਧਨਾਂ ਦੇ ਨਾਲ। ਇੱਕੋ ਹੀ ਸਾਧਨ ਹੈ ਕਿ ਆਤਮਾ ਪਰਮਾਤਮਾ 'ਚ ਲੀਨ ਹੋ ਜਾਵੇ, ਕਿਉਂਕਿ ਪਰਮਾਤਮਾ ਨੂੰ ਦੁੱਖ ਨਹੀਂ ਹੈ। ਉਦੋਂ ਪਰਮਾਤਮਾ ਵਿੱਚ ਰਲੀ ਹੋਈ ਆਤਮਾ ਨੂੰ ਵੀ ਕੋਈ ਦੁੱਖ ਨਹੀਂ ਹੁੰਦਾ। ਉਹ ਜਿਹੜੇ ਜਗਿਆਸੂ ਹਨ ਉਹ ਇਹੀ ਜਗਿਆਸਾ ਗਿਆਨ ਦੀ ਇੱਛਾ ਨੂੰ ਜਗਿਆਸਾ ਕਹਿੰਦੇ ਹਨ, ਕਿਉਂਕਿ ਜਗਿਆਸਾ ਗਿਆਨ ਤੋਂ ਬਣਿਆ ਸ਼ਬਦ ਹੈ। ਜਗਿਆਸਾ ਜਾਣਨਾ, ਜਾਣਨ ਦੀ ਇੱਛਾ ਰੱਖਣੀ, ਆਤਮ ਸਰੂਪ ਨੂੰ ਜਾਣਨ ਦੀ ਇੱਛਾ ਨੂੰ ਹੀ ਜਗਿਆਸਾ ਕਹਿੰਦੇ ਆ। ਹਾਂਜੀ, ਵਿਸ਼ਨ ਸਰੂਪ ਲਖ ਹੈ ਮਨ ਭਾਏ। ਜਿਹੜੇ ਜਗਿਆਸੂ ਹਨ ਉਹ ਮਹਾਰਾਜ ਨੂੰ ਵਿਸ਼ਨ ਸਰੂਪ ਜਾਣਦੇ ਹਨ, ਕਿਉਂਕਿ ਵਿਸ਼ਵ ਦੇ ਅੰਦਰ ਜੋ ਵਿਆਪਕ ਭਗਵਾਨ ਸਾਰਿਆਂ ਨੂੰ ਰੋਜੀ ਰੋਟੀ ਦਿੰਦਾ ਹੈ ਉਹ ਸਾਡੀ ਵੀ ਪਾਲਣਾ ਕਰੇਗਾ। ਐਸੀ ਭਾਵਨਾ ਭਗਤਾਂ ਦੀ ਹੁੰਦੀ ਹੈ। ਉਹ ਜਿਹੜੇ ਜਗਿਆਸੂ ਹਨ ਪਰਮੇਸ਼ਰ ਦੇ ਅੱਗੇ ਅਰਦਾਸਾਂ ਹੀ ਕਰਦੇ ਰਹਿੰਦੇ ਵੀ ਸਾਨੂੰ ਬ੍ਰਹਮ ਗਿਆਨ ਦੀ ਦਾਤ ਬਖਸ਼ ਦੇ ਤੇ ਸਾਡਾ ਕਲਿਆਣ ਕਰ ਦੇ। ਕਿਤਕ ਮਮੋਖੀ ਦਰਸ਼ਨ ਕਰੈ। ਜਿਹੜੇ ਮੁਕਤੀ ਦੇ ਇੱਛਕ ਹਨ ਮਮੋਕਸ਼ੀ ਕਹੇ ਜਾਂਦੇ। ਜਿਹੜੇ ਗਿਆਨ ਦੇ ਇੱਛਕ ਜਗਿਆਸੂ, ਜਿਹੜੇ ਮੁਕਤੀ ਦੇ ਇੱਛਕ ਉਹ ਮਮੋਕਸ਼ੂ। ਵੈਸੇ ਥੋੜ੍ਹਾ ਹੀ ਫਰਕ ਹੈ, ਇਹਨਾਂ ਦਾ ਇੱਕੋ ਹੀ ਗੱਲ ਹੈ, ਅੱਖਰਾਂ ਦਾ ਹੀ ਫਰਕ ਹੈ ਜਗਿਆਸੂ ਦਾ ਤੇ ਮਮੋਕਸ਼ੂ ਦਾ। ਅੰਦਰ ਭਾਵ ਰਲਿਆ ਮਿਲਿਆ ਹੈ, ਕਿਉਂਕਿ ਜਗਿਆਸਾ ਮੈਨੇ ਗਿਆਨ ਦੀ ਇੱਛਾ। ਗਿਆਨ ਕਾਹਦੇ ਵਾਸਤੇ? ਮੁਕਤੀ ਵਾਸਤੇ। ਤੇ ਮਮੋਕਸ਼ੂ ਕੌਣ ਹੈ? ਮੁਕਤੀ ਦੀ ਇੱਛਾ ਵਾਲਾ। ਇਸ ਕਰਕੇ ਜਗਿਆਸੂ ਤੇ ਮਮੋਕਸ਼ੀ ਇੱਕੋ ਹੀ ਹੁੰਦਾ ਹੈ ਲਗਭਗ। ਹਾਂਜੀ, ਭਿਖ ਹੈ ਗਿਆਨ ਕੋ ਸੂਰਜ ਚਰੈ। ਉਹ ਗੁਰੂ ਮਹਾਰਾਜ ਨੂੰ ਗਿਆਨ ਦਾ ਸੂਰਜ ਸਮਝਦੇ ਹਨ। ਉਹ ਇਸ ਉਮੀਦ ਨਾਲ ਗੁਰੂ ਦਾ ਦਰ ਮੱਲ ਕੇ ਬੈਠੇ ਨੇ ਕਿ ਕਦੀ ਦੇ ਭਾਗਾਂ ਦੀ ਘੜੀ ਆਵੇਗੀ, ਸਾਡੇ ਹਿਰਦੇ 'ਚ ਸਤਿਗੁਰੂ ਆਤਮ ਗਿਆਨ ਦਾ ਦੀਵਾ ਬਾਲਣਗੇ, ਸਤਿਗੁਰੂ ਪ੍ਰਕਾਸ਼ ਕਰ ਦੇਣਗੇ ਤੇ ਸਾਡੀ ਮੁਕਤੀ ਹੋ ਜਾਵੇਗੀ, ਸਾਡਾ ਕਲਿਆਣ ਹੋ ਜਾਏਗਾ, ਸਾਡਾ ਜਨਮ ਮਰਨ ਕੱਟਿਆ ਜਾਏਗਾ। ਇਸ ਪ੍ਰਕਾਰ ਮੇਲਾ ਬਹੁ ਭਇਓ। ਇਸ ਪ੍ਰਕਾਰ ਸਤਿਗੁਰੂ ਜੀ ਦੇ ਕੋਲ ਬੜੀ ਦੁਨੀਆ ਇਕੱਠੀ ਹੋਈ, ਬੜਾ ਭਾਰੀ ਮੇਲਾ ਲੱਗਾ ਹੈ। ਦਰਸਤ ਚਿਤ ਬਾਂਛਤ ਕੋ ਲਿਓ। ਜੋ ਜੋ ਕਿਸੇ ਦੀ ਚਿਤ ਚਾਹਨਾ ਸੀ ਉਹ ਪੂਰੀ ਹੋਈ ਹੈ। ਸਭ ਨੇ ਗੁਰੂ ਮਹਾਰਾਜ ਦੇ, ਗੁਰੂ ਹਰਿਰਾਏ ਸਾਹਿਬ ਦੇ ਦਰਸ਼ਨ ਕਰਤਾਰਪੁਰ ਵਿਖੇ ਕੀਤੇ ਹਨ। 5 ਦਿਵਸ ਲਾ ਸੰਗਤ ਰਹੀ। 5 ਦਿਨ ਤੱਕ ਮੇਲਾ ਭਰਿਆ ਰਿਹਾ। 5 ਦਿਨ ਸੰਗਤਾਂ ਬਹੁਤ ਹੁਮ ਹੁਮਾ ਕੇ ਆਉਂਦੀਆਂ ਰਹੀਆਂ, ਕੀਰਤਨ ਕਥਾ ਸੁਣਦੀਆਂ ਰਹੀਆਂ, ਰਾਗੀ ਢਾਡੀ ਗੁਣੀ ਗਿਆਨੀ ਗੁਰੂ ਦਾ ਜਸ ਗਾਉਂਦੇ ਰਹੇ, ਦੀਵਾਨ ਸਜਦੇ ਰਹੇ। ਸਤਿਗੁਰੂ ਵੀ ਸੰਗਤਾਂ ਨੂੰ ਉਪਦੇਸ਼ ਕਥਾ ਦੁਆਰਾ ਦਿੰਦੇ ਰਹੇ। 5 ਦਿਨ ਤੱਕ ਸੰਗਤਾਂ ਦਾ ਬਹੁਤ ਇਕੱਠ ਹੋਇਆ ਮੇਲੇ ਤੇ। ਕਰ ਕੋ ਜਾਣ ਕਰ ਹੈ ਮਨ ਨਹੀਂ। ਸਿੱਖ ਸੰਗਤਾਂ ਦੂਰੋਂ ਦੂਰੋਂ ਆਈਆਂ, ਮੇਲਾ ਦੇ ਦਰਸ਼ਨ ਕੀਤੇ। ਮੇਲੇ 'ਚ ਇੰਨਾ ਮਨ ਲੱਗ ਗਿਆ ਵੀ ਘਰ ਜਾਣ ਨੂੰ ਜੀਅ ਨਹੀਂ ਕਰਦਾ। ਘਰ ਦੇ ਭਾਵੇਂ ਯਾਦ ਕਰਦੇ ਆ ਵੀ ਸਾਡੇ ਬਾਪੂ ਹੋਰੀ ਮੇਲੇ 'ਤੇ ਗਏ, ਆਏ ਕੋਈ ਨਹੀਂ।
ਪਰ ਉਹਨਾਂ ਦਾ ਜੀ ਕਰਦਾ ਹੀ ਨਹੀਂ ਗੁਰੂ ਨੂੰ ਛੱਡ ਕੇ ਜਾਣ ਨੂੰ। ਆਪਸ ਮਹਿ ਸਿੱਖ ਸੰਗਤ ਮੇਲਾ, ਆਪਸ ਵਿੱਚ ਸਿੱਖ ਸੰਗਤਾਂ ਮਿਲੀਆਂ ਹਨ, ਇਕੱਠੀਆਂ ਹੋਈਆਂ ਹਨ। ਸ਼ਬਦ ਅਰਥ ਸੰਬਾਦ ਸੁਹੇਲਾ, ਤੇ ਸਿੱਖ ਕਰਦੇ ਕੀ ਨੇ? ਇਕੱਠੇ ਹੋ ਕੇ ਸਾਧ ਸੰਗਤ ਜੀ ਗੁਰਬਾਣੀ ਦਾ ਪਾਠ ਕਰਦੇ ਨੇ, ਗੁਰਬਾਣੀ ਦਾ ਕੀਰਤਨ ਕਰਦੇ ਨੇ, ਗੁਰਬਾਣੀ ਦਾ ਅਰਥ ਭਾਵ ਸੁਣਦੇ ਨੇ। ਅੱਜ ਕੱਲ੍ਹ ਤੇ ਆਪਾਂ ਜਿੱਥੇ ਬੈਠਦੇ ਹਾਂ, ਸੁਣਾਓ ਜੀ ਨਵੀਂ ਤਾਜੀ, ਇਹ ਨਵੀਂ ਤਾਜੀ ਸਾਡੇ ਮਗਰੋਂ ਨਹੀਂ ਲੈਂਦੀ। ਇਹੋ ਜਿਹੀ ਨਵੀਂ ਤਾਜੀ ਹੁੰਦੀ ਚੁਗਲੀ ਨਿੰਦਾ ਬਣ ਜਾਂਦੀ ਹੈ। ਕਦੀ ਪ੍ਰਮਾਤਮਾ ਦੀ ਗੁਰੂ ਦੀ ਗੱਲ ਵੀ ਕਰ ਲਿਆ ਕਰੋ। ਕਦੀ ਸਿੱਖ ਨੂੰ ਮਿਲੇ ਤੇ ਕਵੇ ਵੀ ਮੈਨੂੰ ਗੁਰੂ ਮਹਾਰਾਜ ਦੀ ਕੋਈ ਸਾਖੀ ਸੁਣਾ ਦਿਓ, ਸਾਹਿਬਜ਼ਾਦਿਆਂ ਦੀ ਸ਼ਹੀਦੀ ਕਿਵੇਂ ਹੋਈ ਸੀ ਉਹ ਸੁਣਾ ਦਿਓ, ਬਾਬਾ ਦੀਪ ਸਿੰਘ ਜੀ ਕਿਵੇਂ ਸ਼ਹੀਦ ਹੋਏ ਸੀ ਉਹ ਸੁਣਾ ਦਿਓ, ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਕਿੱਡਾ ਵੱਡਾ ਇਤਿਹਾਸ ਹੈ, ਕੋਈ ਉਹਦੇ 'ਚੋਂ ਬਚਨ ਸੁਣਾ ਦਿਓ। ਕੋਈ ਸੁਣਨ ਵਾਲਾ ਹੀ ਕੋਈ ਨਹੀਂ। ਜੇ ਨਿੰਦਾ ਚੁਗਲੀ ਕਰੀਏ ਸਾਰੇ ਕੰਨ ਦੇ ਕੇ ਸੁਣਦੇ ਆ। ਕਈ ਵਾਰੀ ਮੈਂ ਕਥਾ ਵਿੱਚ ਵੀ ਨੋਟ ਕੀਤਾ ਹੈ ਵੀ ਜੇ ਕੋਈ ਦੁਨਿਆਵੀ ਗੱਲ ਆ ਜਾਵੇ ਨਾ, ਸਾਰੇ ਕੰਨ ਚੁੱਕ ਲੈਂਦੇ ਆ, ਗਿਆਨੀ ਜੀ ਕੀ ਕਹਿਣ ਲੱਗੇ ਆ। ਤੇ ਜੇ ਕਥਾ ਚੱਲ ਰਹੀ ਹੋਵੇ ਗੁਰੂ ਦੀ ਬਾਣੀ ਦੀ, ਇਤਿਹਾਸ ਦੀ, ਤੇ ਸੁੱਤੇ ਰਹਿੰਦੇ ਸੁਣਨ ਵਾਲੇ ਵੀ। ਸਰੋਤਿਆਂ ਵਿੱਚ ਬਿਰਤੀ ਕੋਈ ਨਹੀਂ। ਪੁਰਾਣੇ ਸਿੱਖ ਜਿਹੜੇ ਸੀਗੇ ਗੁਰੂ ਮਹਾਰਾਜ ਦੇ ਸਮੇਂ, ਉਹ ਗੁਰੂ ਕੋਲ ਸਿਰਫ ਬਾਣੀ ਦਾ ਲਾਹਾ ਲੈਣ ਆਉਂਦੇ ਸਨ। ਕੀਰਤਨ ਸੁਣਦੇ, ਕਥਾ ਸੁਣਦੇ। ਜਦੋਂ 2-4 ਸਿੱਖ ਤੰਬੂ 'ਚ ਜਾਂ ਕਮਰੇ 'ਚ ਬੈਠਦੇ ਇਕੱਠੇ ਹੋ ਕੇ, ਉਹ ਵੀ ਕਹਿੰਦੇ ਭਾਈ ਸਾਹਿਬ ਮੈਨੂੰ ਇਸ ਪੰਕਤੀ ਦੇ ਅਰਥ ਦੱਸੋ। ਗੁਰਬਾਣੀ ਪੜ੍ਹਦੇ ਰਹਿੰਦੇ, ਗੁਰਬਾਣੀ ਕੰਠ ਬੜੀ ਹੋ ਚੁੱਕੀ ਹੈ। ਫਿਰ ਗੁਰਬਾਣੀ ਦੇ ਅਰਥ ਭਾਵਾਂ 'ਤੇ ਵਿਚਾਰ ਕਰਦੇ ਹਨ। ਆਤਮਾ ਦਾ ਕਲਿਆਣ ਕਰਨ ਲਈ ਸਿੱਖ ਬਾਣੀ ਦੀ ਸਾਧਨਾ ਕਰਦੇ ਹਨ। ਪਰਚਤ ਅਤ ਅਨੰਤ ਕੋ ਪਾਏ, ਕਹਿੰਦੇ ਮਨ ਵਿੱਚ ਬੜੇ ਹੀ ਪ੍ਰਸੰਨ, ਬੜੇ ਹੀ ਖੁਸ਼ ਹਨ। ਧੰਨ ਧੰਨ ਗੁਰ ਸਤੁਤ ਸੁਨਾਏ, ਧੰਨ ਗੁਰੂ ਮਹਾਰਾਜ, ਧੰਨ ਗੁਰੂ ਮਹਾਰਾਜ, ਧੰਨ ਗੁਰੂ ਮਹਾਰਾਜ। ਇੱਦਾਂ ਸੰਗਤਾਂ ਜਪਦੀਆਂ ਹਨ। ਬਹੁਰ ਵਿਸਰਜਨ ਗੁਰ ਤੇ ਭਏ, 5 ਦਿਨ ਮੇਲਾ ਲੱਗਾ ਰਿਹਾ। ਸੰਗਤਾਂ ਕੀਰਤਨ, ਕਥਾ, ਬਾਣੀ ਨਾਲ ਜੁੜੀਆਂ ਰਹੀਆਂ। ਫਿਰ ਗੁਰੂ ਸਾਹਿਬ ਤੋਂ ਵਿਦਾਇਗੀ ਮੰਗੀ ਸਿੱਖਾਂ ਨੇ। ਹਰਖੇ ਸਿਰੋ ਪਾਵ ਨਿਜ ਲਏ, ਤੇ ਮਹਾਰਾਜ ਤੋਂ ਸਰੋਪੇ ਲੈ ਕੇ ਆਪਣੇ ਆਪਣੇ ਮੁਲਕਾਂ ਨੂੰ, ਆਪਣੇ ਆਪਣੇ ਪਿੰਡਾਂ, ਸ਼ਹਿਰਾਂ, ਦੇਸਾਂ, ਇਲਾਕਿਆਂ ਨੂੰ ਚਲੇ ਗਏ। ਜਿਸ ਜਿਸ ਦੇਸ਼ ਮਸੰਦ ਜੋ ਛੋਰੇ, ਜਿਹੜੇ ਜਿਹੜੇ ਦੇਸ਼ ਵਿੱਚ ਜਿਹੜੇ ਜਿਹੜੇ ਮਸੰਦ ਛੱਡੇ ਹੋਏ ਸੀ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ, ਲੈ ਲੈ ਖੁਸ਼ੀ ਝੱਲੇ ਤਿਸ ਔਰੇ, ਉਸੇ ਉਸੇ ਇਲਾਕੇ ਨੂੰ ਵਾਪਸ ਮਸੰਦ ਮੁੜ ਗਏ। ਮਹਾਰਾਜ ਤੋਂ ਖੁਸ਼ੀਆਂ ਲੈ ਕੇ ਚਲੇ ਗਏ, ਸੰਗਤਾਂ ਨੂੰ ਨਾਲ ਲੈ ਕੇ। ਜੇ ਨਰ ਮੁਖਿਆ ਸੰਗਤਾ ਮਾਹੀ, ਜਿਹੜੇ ਗੁਰੂ ਘਰ ਦੇ ਵਿੱਚ ਸੰਗਤਾਂ 'ਚ ਮੁਖੀ ਸਿੱਖ ਸੀਗੇ, ਮਸੰਦ ਸੀ ਗੁਰੂ ਘਰ ਦੇ, ਗੁਰ ਤੇ ਸਿਰੇ ਪਾਉ ਲੈ ਜਾਹੀ, ਉਹ ਗੁਰੂ ਘਰ ਦੇ ਸਰੋਪੇ ਲੈ ਕੇ ਗਏ ਹਨ। ਧਨ ਧਾਮਨ ਕੀ ਕੁਸ਼ਲ ਬਿਲੰਦ, ਗੁਰੂ ਘਰ ਦੀ ਬਖਸ਼ਿਸ਼ ਲਈ ਹੈ। ਕਿਉਂ ਲਈ ਹੈ? ਵੀ ਸਾਡੇ ਘਰਾਂ ਵਿੱਚ, ਪਰਿਵਾਰਾਂ ਵਿੱਚ ਸਿੱਖੀ ਬਣੀ ਰਵੇ, ਗੁਰੂ ਮਹਾਰਾਜ ਦੀ ਬਾਣੀ ਦਾ ਪ੍ਰਵਾਹ ਚੱਲਦਾ ਰਵੇ, ਸਾਡੇ ਬੱਚੇ ਗੁਰੂ ਬਾਣੀ ਪੜ੍ਹਦੇ, ਸੁਣਦੇ, ਜਪਦੇ, ਗਾਉਂਦੇ ਰਹਿਣ। ਇਹੀ ਸੰਗਤਾਂ ਗੁਰੂ ਮਹਾਰਾਜ ਤੋਂ ਬਖਸ਼ਿਸ਼ਾਂ ਲੈ ਕੇ ਜਾਂਦੀਆਂ ਹਨ। ਗੁਰਦਿਸ਼ ਤੇ ਚਹ ਚਲੇ ਆਨੰਦ, ਗੁਰੂ ਘਰ ਵੱਲੋਂ ਬੜੀਆਂ ਬਖਸ਼ਿਸ਼ਾਂ ਲੈ ਕੇ ਗਏ ਹਨ। ਸੰਗ ਰਾਤ ਅਵਨੀ ਲੋ ਜਾਵੈ, ਸਾਗਰਾਂਤ, ਸਾਗਰ ਸਮੁੰਦਰ ਦੇ ਟਾਪੂਆਂ ਤੱਕ ਲੋਕ ਆਏ ਹੋਏ ਸਨ, ਉੱਥੇ ਤੱਕ ਵਾਪਸ ਗਏ ਹਨ। ਜਿੱਥੇ ਤੱਕ ਧਰਤੀ ਹੈ ਸਾਰੇ ਪਾਸੇ, ਕੋਈ ਬੰਗਾਲ ਤੋਂ ਆਉਂਦਾ ਹੈ, ਕੋਈ ਅਸਾਮ ਤੋਂ, ਕੋਈ ਬਿਹਾਰ ਤੋਂ। ਸਿੱਖ ਦੂਰੋਂ ਦੂਰੋਂ ਆਉਂਦੇ ਹੈ, ਉੱਤਰ, ਦੱਖਣ, ਪੂਰਬ, ਪੱਛਮ ਤੋਂ। ਅਨੇਕ ਟਾਪੂਨ ਤੇ ਨਰ ਆਵੈ, ਅਨੇਕਾਂ ਟਾਪੂਆਂ ਤੋਂ, ਸਮੁੰਦਰ ਦੇ ਟਾਪੂਆਂ ਤੋਂ ਸੰਗਤਾਂ ਕੀਰਤਪੁਰ ਸਾਹਿਬ ਆਉਂਦੀਆਂ ਸਨ, ਕਰਤਾਰਪੁਰ ਆਉਂਦੀਆਂ ਸਨ ਤੇ ਮਹਾਰਾਜ ਦੇ ਦਰਸ਼ਨ ਕਰਦੀਆਂ ਹਨ। ਸੋ ਜਸ ਮਹਾਨ ਬਖਾਨਤ ਜਾਤੇ, ਜਾਂਦਿਆਂ ਹੋਇਆਂ ਗੁਰੂ ਕੇ ਸਿੱਖ ਗੁਰੂ ਦਾ ਜਸ ਕਰਦੇ ਜਾਂਦੇ। ਕਿਉਂਕਿ ਜਿਹੜੇ ਮਹਾਰਾਜ ਦੇ ਦਰਸ਼ਨ ਕੀਤੇ ਹਨ, ਜੋ ਮਹਾਰਾਜ ਦੀ ਬਾਣੀ ਸੁਣੀ ਹੈ, ਜੋ ਗੁਰੂ ਕੇ ਸਿੱਖਾਂ ਦਾ ਮਾਹੌਲ ਵੇਖਿਆ ਹੈ ਗੁਰੂ ਘਰ ਦਾ, ਉਹ ਮਨ ਨੂੰ ਬੜਾ ਚੰਗਾ ਲੱਗਾ ਹੈ। ਜਾਂਦੇ ਹੋਏ ਸਿੱਖ ਕਹਿੰਦੇ ਹਨ ਵੀ ਸਾਡਾ ਇੱਥੇ ਆਉਣਾ ਸਫਲਾ ਹੋ ਗਿਆ, ਸਾਡੀ ਯਾਤਰਾ ਸਫਲ ਹੋ ਗਈ ਹੈ। ਸਾਨੂੰ ਸਤਿਗੁਰੂ ਜੀ ਨੇ ਬੜਾ ਪਿਆਰ ਦਿੱਤਾ ਹੈ।
ਸੰਗਤਾਂ ਨੇ ਬੜਾ ਪਿਆਰ ਦਿੱਤਾ ਹੈ। ਸਾਧ ਸੰਗਤ ਜੀ, ਸਿੱਖੀ ਦਾ ਪ੍ਰਚਾਰ ਪਿਆਰਿਆਂ ਨੇ ਕੀਤਾ ਹੈ। ਆਪਾਂ ਕੀ ਪ੍ਰਚਾਰ ਕਰਨਾ ਹੈ? ਆਪਾਂ ਤਾਂ ਗੁਰਦੁਆਰੇ ਕੋਈ ਸਿੱਖ ਆਵੇ ਉਹਨੂੰ ਵੇਖ ਕੇ ਤੇ ਮੱਥੇ 'ਤੇ ਤਿਉੜੀ ਪਾ ਲੈਂਦੇ ਹਾਂ ਵੀ ਇਹ ਸਾਹਮਣੇ ਕਿਉਂ ਆ ਗਿਆ। ਬਲਕਿ ਰੌਣਕ ਵਧਾਉਣੀ ਚਾਹੀਦੀ ਹੈ, ਗੁਰਦੁਆਰਿਆਂ ਦੀ ਘਟਾਣੀ ਥੋੜ੍ਹਾ ਚਾਹੀਦੀ ਹੈ। ਆਓ ਪਿਆਰਿਓ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਇਹ ਗੁਰਦੁਆਰੇ ਮੰਦਰ ਧਰਮ ਸਥਾਨ ਬਣੇ ਨੇ ਰੱਬ ਦਾ ਨਾਂ ਲੈਣ ਵਾਸਤੇ, ਪੂਜਾ ਪਾਠ ਕਰਨ ਵਾਸਤੇ। ਇਹ ਰਾਜਨੀਤੀ ਦੇ ਅੱਡੇ ਨਹੀਂ ਹਨ। ਰਾਜਨੀਤੀ ਇੱਥੇ ਕਿੱਥੇ, ਇਹ ਤਾਂ ਧਰਮ ਦਾ ਸਥਾਨ ਹੈ, ਪਰ ਅਸੀਂ ਇਹਨੂੰ ਰਾਜਨੀਤੀ ਦੇ ਅੱਡੇ ਬਣਾ ਲਿਆ, ਆਪਣੀ ਕਮਿਊਨਿਟੀ ਦੇ ਸੈਂਟਰ ਬਣਾ ਲਿਆ। ਪਰ ਨਹੀਂ ਖਾਲਸਾ ਜੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡੀ ਆਤਮਾ ਦਾ ਕਲਿਆਣ ਕਰਨ ਲਈ ਗੁਰਬਾਣੀ ਦੁਆਰਾ ਸਾਨੂੰ ਪਰਮਾਤਮਾ ਨਾਲ ਜੁੜਨ ਲਈ ਦੁਨੀਆ 'ਤੇ ਆਏ ਹਨ। ਸ਼ਬਦ ਗੁਰੂ ਦਾ ਅਵਤਾਰ ਹੋਇਆ। ਆਪਾਂ ਲਾਹਾ ਲਈਏ। ਜਿਵੇਂ ਗੁਰੂ ਕੇ ਸਿੱਖ ਮਹਾਰਾਜ ਕੋਲੋਂ ਅਸ਼ੀਰਵਾਦ ਲੈ ਕੇ ਜਾਂਦੇ, ਘਰਾਂ ਪਰਿਵਾਰਾਂ ਵਿੱਚ ਜਿੱਥੇ ਵੀ ਜਾਂਦੇ ਗੁਰੂ ਘਰ ਦੀ ਸਿਫਤ ਸੁਣਾਉਂਦੇ। ਉਹ ਕਹਿੰਦੇ ਭਾਈ ਗੁਰੂ ਘਰ ਚੱਲੋ, ਦਰਸ਼ਨ ਕਰੋ ਇੱਕ ਵਾਰੀ, ਕੀਰਤਨ ਸੁਣੋ, ਬਾਣੀ ਸੁਣੋ, ਕਥਾ ਸੁਣੋ, ਤੁਹਾਡੇ ਮਨ ਦੇ ਸਾਰੇ ਝੋਰੇ, ਮਨ ਦੀਆਂ ਪਰੇਸ਼ਾਨੀਆਂ, ਚਿੰਤਾਵਾਂ, ਫਿਕਰ, ਟੈਨਸ਼ਨਾਂ ਮੁੱਕ ਜਾਣਗੀਆਂ। ਹਾਂਜੀ, ਸਤਿਗੁਰ ਸਕਲ ਜਗਤ ਕੇ ਦਾਤੇ। ਧੰਨ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਗੁਰੂ ਹਰਿਰਾਏ ਸਾਹਿਬ ਜੀ ਸਾਰੀ ਦੁਨੀਆ ਦੇ ਦਾਤੇ ਹਨ। ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਸਭ ਜੀਆਂ ਨੂੰ ਦਾਤਾਂ ਦੇਣ ਵਾਲਾ ਦਾਤਾ। ਸਾਧ ਸੰਗਤ ਜੀ, ਇਹ ਗੁਰੂ ਨਾਨਕ ਸਾਹਿਬ ਦੀ ਵਡਿਆਈ ਅੱਜ ਪ੍ਰਗਟ ਹੋ ਰਹੀ ਹੈ ਦਿੱਲੀ ਦੇ ਵਿੱਚ। ਕਿਸਾਨ ਉੱਥੇ ਗੁਰੂ ਮਹਾਰਾਜ ਦਾ ਗੁਰਪੁਰਬ ਸੜਕਾਂ 'ਤੇ ਮਨਾ ਰਹੇ ਨੇ ਅਤੇ ਗੁਰੂ ਦੇ ਲੰਗਰ ਉੱਥੇ ਵੀ ਅਟੁੱਟ ਵਰਤ ਰਹੇ ਨੇ। ਸਾਰਾ ਪੰਜਾਬ ਗੁਰੂ ਦੀਆਂ ਫੌਜਾਂ ਉੱਥੇ ਪਹੁੰਚ ਗਈਆਂ, ਅੰਤ ਹੀ ਕੋਈ ਨਹੀਂ। ਅਤੇ ਜਿੱਥੇ ਵੀ ਗੁਰੂ ਨਾਨਕ ਸਾਹਿਬ ਦੇ ਸਿੱਖ ਚਲੇ ਜਾਂਦੇ ਨਾ, ਉੱਥੇ ਹੀ ਦੇਗ ਲੰਗਰ ਦਾ ਪਹਿਰਾ ਵਰਤਦਾ ਹੈ। ਉੱਥੇ ਹੀ ਰੌਣਕਾਂ, ਉੱਥੇ ਹੀ ਜਿਵੇਂ ਸਦਾ ਦੀਵਾਲੀ ਸਾਧ ਦੀ, ਅੱਠੇ ਪਹਿਰ ਬਸੰਤ। ਗੁਰੂ ਕੇ ਪਿਆਰਿਆਂ ਦੀ ਰੋਜ਼ ਹੀ ਦੀਵਾਲੀ ਹੈ, ਰੋਜ਼ ਹੀ ਬਸੰਤ ਹੈ, ਰੋਜ਼ ਹੀ ਖੁਸ਼ੀਆਂ ਨੇ। ਕਿਉਂ? ਗੁਰਬਾਣੀ ਵਿੱਚ ਜੋ ਜੁੜੇ ਹੋਏ। ਗੁਰਬਾਣੀ ਤੋਂ ਇੰਨੀਆਂ ਬਰਕਤਾਂ ਮਿਲਦੀਆਂ, ਇੰਨੀਆਂ ਨਿਆਮਤਾਂ ਮਿਲਦੀਆਂ, ਇੰਨੀਆਂ ਰਹਿਮਤਾਂ ਮਿਲਦੀਆਂ ਗੁਰਬਾਣੀ 'ਚੋਂ ਵੀ ਉਹਨਾਂ ਦੀ ਗਿਣਤੀ ਨਹੀਂ ਕੋਈ ਕਰ ਸਕਦਾ। ਹਾਂਜੀ, ਬਾਹਰ ਕਿਤਕ ਜਬ ਦਿਵਸ ਬਿਤਾਏ। ਜਦੋਂ ਫਿਰ ਕੁਝ ਦਿਨ ਬੀਤ ਗਏ, ਸ਼੍ਰੀ ਕਰਤਾਰਪੁਰੇ ਸੁਖ ਪਾਏ। ਮਹਾਰਾਜ ਜੀ ਨੂੰ ਕਰਤਾਰਪੁਰ ਸਾਹਿਬ ਰਹਿੰਦਿਆਂ ਜਦੋਂ ਕੁਝ ਸਮਾਂ ਹੋ ਗਿਆ, ਇੱਕ ਦਿਜ ਕੋ ਨੰਦਨ ਮਰ ਗਿਆ। ਉੱਥੇ ਇੱਕ ਭਾਣਾ ਇਹ ਵਰਤਿਆ ਵੀ ਕਰਤਾਰਪੁਰ 'ਚ ਇੱਕ ਬਾਹਮਣ ਦਾ ਮੁੰਡਾ ਮਰ ਗਿਆ, ਬੱਚਾ ਮਰ ਗਿਆ। ਦੁਆਦਸ਼ ਸੰਮਤ ਕੋ ਜਬ ਭਇਓ। ਔਰ ਬੱਚਾ ਵੀ 12 ਸਾਲਾਂ ਦਾ ਹੋ ਕੇ ਗੁਜ਼ਰਿਆ। 12 ਸਾਲਾਂ ਦਾ ਹੋ ਗਿਆ ਸੀ ਪੁੱਤਰ ਉਹਦਾ, ਅਤੇ 12 ਸਾਲਾਂ ਦਾ ਬੱਚਾ ਜਵਾਨੀ ਚੜ੍ਹਦਾ ਹੀ ਹੈ ਸਮਝੋ। ਅਤੇ ਬੜੀ ਕਿਸੇ ਦੀ ਪਾਲੀ ਹੋਈ ਫਸਲ ਦੇ ਉੱਤੇ ਕਿਸੇ ਦੇ ਮਾੜਾ ਜਿਹਾ ਵੀ ਨੁਕਸਾਨ ਹੋ ਜਾਏ ਅਤੇ ਉਹ ਨਹੀਂ ਬਰਦਾਸ਼ਤ ਹੁੰਦਾ। ਅਤੇ ਬੱਚੇ ਦੀ ਮੌਤ ਤਾਂ ਹਰ ਇੱਕ ਮਾਂ ਬਾਪ ਨੂੰ ਕੁਮਲਾ ਦਿੰਦੀ ਹੈ। 12 ਸਾਲ ਦਾ ਬੱਚਾ ਜਦੋਂ ਬਾਹਮਣ ਦਾ ਮਰ ਗਿਆ, ਗੁਰ ਦਸੌਂਦੀਆ ਦਿਜ ਸੁਤ ਕਰਿਓ। ਉਹ ਅਸਲ ਵਿੱਚ ਜਿਹੜਾ ਬੱਚਾ ਸੀਗਾ ਉਹ ਗੁਰੂ ਦਸੌਂਦੀਆ ਸੀਗਾ। ਗੁਰੂ ਦਸੌਂਦੀਏ ਦਾ ਮਤਲਬ ਇਹ ਹੁੰਦਾ ਸੀ ਪੁਰਾਣੇ ਜ਼ਮਾਨੇ 'ਚ ਜਿਹਦੇ ਘਰ ਬੱਚਾ ਨਹੀਂ ਹੁੰਦਾ, ਉਹ ਇਹ ਅਰਦਾਸ ਕਰਦਾ ਸੀ ਵੀ ਮਹਾਰਾਜ ਜੇ ਮੈਨੂੰ ਬੱਚੇ ਦਿੱਤੇ ਤਾਂ ਪਹਿਲਾ ਬੱਚਾ ਮੈਂ ਗੁਰੂ ਘਰ ਭੇਟਾ ਕਰ ਦਿਆਂਗਾ, ਗੁਰੂ ਘਰ ਦੀ ਸੇਵਾ ਵਿੱਚ। ਇੱਕ ਤਾਂ ਇਹਨੂੰ ਗੁਰੂ ਦਸੌਂਦੀਆ ਕਹਿੰਦੇ ਸੀ। ਜਿਵੇਂ ਕਈ ਮਹਾਂਪੁਰਸ਼ਾਂ ਦੇ ਕੋਲ ਅਜੇ ਵੀ ਬੱਚੇ ਹਨ ਇਹੋ ਜਿਹੇ ਜਿਹੜੇ ਸੰਗਤਾਂ ਨੇ ਅਰਦਾਸਾਂ ਕਰਾਈਆਂ ਹੁੰਦੀਆਂ ਵੀ ਬਾਬਾ ਜੀ ਸਾਡੇ ਘਰ ਪੁੱਤਰ ਹੋਵੇ, ਪਹਿਲਾ ਪੁੱਤਰ ਦਲ ਪੰਥ ਨੂੰ ਅਰਦਾਸ ਕਰਾਵਾਂਗੇ। ਬਹੁਤ ਸਿੰਘ ਇੱਦਾਂ ਅਰਦਾਸੇ ਦੇ ਹੁੰਦੇ ਭੁਚੰਗੀ। ਇੱਕ ਇਹ ਹੁੰਦਾ ਸੀ ਬਈ ਬੱਚਾ ਇੱਕੋ ਹੀ ਹੋਵੇ ਮੰਨ ਲਓ, ਅਤੇ ਉਹ ਆਪਣੇ ਮਾਂ ਬਾਪ ਕੋਲ ਰਵੇ, ਅਤੇ ਉਹ ਗੁਰੂ ਘਰ ਜਾ ਕੇ ਨਾ 5 ਸਿੰਘਾਂ ਕੋਲੋਂ ਅਰਦਾਸ ਕਰਾ ਲੈਂਦੇ ਸੀ ਵੀ ਇਹ ਬੱਚਾ ਹੈ ਤਾਂ ਗੁਰੂ ਦਾ ਹੀ ਹੈ, ਅਤੇ ਇਹਦਾ ਦਸਵੰਧ ਸਮਝ ਲਓ ਸੇਵਾ 'ਚ ਹਾਜ਼ਰ ਰਹੇਗਾ। ਕਈ ਹੋਰ ਤਰ੍ਹਾਂ ਵੀ ਅਰਥ ਕਰਦੇ ਵੀ ਦਸੌਂਦੀਏ ਦਾ ਮਤਲਬ ਇਹ ਵੀ ਹੁੰਦਾ ਵੀ 5 ਸਿੰਘ ਉਹਦਾ ਮੁੱਲ ਪਾ ਲੈਂਦੇ ਸੀ, ਅਤੇ ਜਿਹੜਾ 10ਵਾਂ ਹਿੱਸਾ ਹੁੰਦਾ ਸੀ ਉਹ ਗੁਰੂ ਘਰ 'ਚ ਭੇਟਾ ਕਰ ਦਿੰਦੇ ਸੀ। ਇਹ ਵੀ ਹੁੰਦਾ ਸੀ।
ਕੁਛ ਵੀ ਹੋਵੇ, ਗੁਰੂ ਦਸਾਉਂਦੀ ਦਾ ਮਤਲਬ ਹੈ ਵੀ ਗੁਰੂ ਕੇ ਸਿੱਖਾਂ ਦੀ ਅਰਦਾਸ ਨਾਲ ਉਹ ਬੱਚਾ ਪੈਦਾ ਹੋਇਆ ਸੀ। ਜਿਹਦੇ ਘਰ ਬੱਚਾ ਨਾ ਹੋਵੇ ਉਹ ਪੰਜਾਂ ਸਿੰਘਾਂ ਤੋਂ ਅਰਦਾਸ ਕਰਾਉਂਦਾ, ਮਹਾਰਾਜ ਸਾਨੂੰ ਬੱਚਾ ਦਿਓ, ਅਤੇ ਬੱਚਾ ਗੁਰੂ ਘਰ ਦੀ ਸੇਵਾ 'ਚ ਲਾਵਾਂਗੇ। ਜਿਵੇਂ ਪੁਰਾਣੇ ਸਮੇਂ ਕਈ ਗੁਰਸਿੱਖ ਜਿਹੜੇ ਬਣੇ ਨਾ, ਉਹ ਮਹਾਂਪੁਰਸ਼ਾਂ ਨੇ ਜਿਹਨੇ ਕਹਿਣਾ ਸਾਡੇ ਬੱਚਾ ਹੋਵੇ, ਮਹਾਂਪੁਰਸ਼ਾਂ ਨੇ ਕਹਿਣਾ ਭਾਈ ਬੱਚਾ ਹੋ ਜਾਏਗਾ ਪਰ ਕੇਸ ਰੱਖਣੇ ਪੈਣਗੇ, ਅਰਦਾਸ ਕਰਾਓ ਵੀ ਆਪਣਾ ਬੱਚਾ ਸਿੰਘ ਸਜਾਓਗੇ। ਉਹਨਾਂ ਨੇ ਕਹਿਣਾ ਹਾਂ ਮਹਾਰਾਜ। ਇੱਦਾਂ ਬੜੇ ਲੱਖਾਂ ਹੀ ਸਿੰਘ ਸਜੇ ਹਨ, ਲੱਖਾਂ ਹੀ ਆਪਣੇ ਬਜ਼ੁਰਗ ਕਈ ਪਰਿਵਾਰਾਂ ਦੇ। ਤੁਸੀਂ ਪੁੱਛ ਲੈਣਾ ਬਜ਼ੁਰਗਾਂ ਤੋਂ ਵੀ ਤੁਸੀਂ ਕਿਵੇਂ ਸਿੱਖ ਬਣੇ ਸੀ, ਇਹੀ ਨਿਕਲੇਗਾ ਜ਼ਿਆਦਾਤਰ ਵੀ ਸੰਤਾਂ ਨੇ ਕਿਹਾ ਸੀ ਵੀ ਕੇਸ ਰੱਖੋ ਅਤੇ ਤੁਹਾਡੇ ਬੱਚਾ ਬਚ ਜਾਏਗਾ। ਅਤੇ ਉਹ ਕਈਆਂ ਦੇ ਇੱਦਾਂ ਉਹਨਾਂ ਦੇ ਫਿਰ ਗਾਂਹ ਬੱਚਿਆਂ ਨੂੰ ਸਿੱਖੀ ਚੱਲਦੀ ਆਈ ਹੈ, ਕਈ ਤਰੀਕੇ ਸਨ। ਸੋ ਉਹ ਦਸਵੰਧ ਦਾ ਬੱਚਾ ਸੀਗਾ, ਭਾਵ ਗੁਰੂ ਦਾ ਦਸਾਉਂਦੀ ਅਸੀਂ 12 ਸਾਲਾਂ ਦੀ ਉਮਰ ਦਾ ਹੀ ਚੜ੍ਹਾਈ ਕਰ ਗਿਆ। ਤਉ ਨ ਜਿਉ ਅਚਾਨਕ ਮਰਿਆ। ਹਾਂ 12 ਸਾਲ ਜਿੰਦਾ ਰਿਹਾ, ਗੁਰੂ ਦੀ ਅਰਦਾਸ ਨਾਲ ਹੀ, ਗੁਰੂ ਘਰ ਦੀ ਆਸ਼ੀਰਵਾਦ ਨਾਲ ਹੀ ਉਹ ਬੱਚਾ ਪੈਦਾ ਹੋਇਆ ਸੀ। ਅਚਾਨਕ ਹੀ ਵਿਸਾਖੀ ਤੋਂ ਬਾਅਦ ਉਹਦੀ ਮੌਤ ਹੋ ਗਈ। ਇੱਕ ਹੀ ਹੋਤੋ ਪ੍ਰਾਨ ਤੇ ਪਿਆਰ। ਇੱਕੋ ਹੀ ਬੱਚਾ ਸੀਗਾ ਤੇ ਮਾਂ ਬਾਪ ਨੂੰ ਪ੍ਰਾਣਾਂ ਤੋਂ ਵੀ ਪਿਆਰਾ ਸੀ। ਅਨੇਕ ਉਪਾਏ ਬਿਪਰ ਕਰ ਪਾਰ। ਉਸ ਬ੍ਰਾਹਮਣ ਨੇ ਬੜੀ ਤੰਗੀ ਦੇ ਵਿੱਚ ਬੜੇ ਉਪਾਅ ਕਰਕੇ ਆਪਣਾ ਉਹ ਬੱਚਾ ਪਾਲਿਆ ਸੀਗਾ। ਹਾਂਜੀ, ਨਿਸ ਦਿਨ ਮੁਖ ਦੇਖਤ ਸੁਖ ਪਾਵਤ। ਇੱਕੋ ਉਸ ਬੱਚੇ ਦਾ ਮੂੰਹ ਵੇਖ ਵੇਖ ਕੇ ਉਹ ਜਿਉਂਦੇ ਸੀਗੇ, ਉਹਨੂੰ ਵੇਖ ਵੇਖ ਕੇ ਸੁੱਖ ਪਾਉਂਦੇ ਸੀਗੇ। ਬਹਿਰ ਪ੍ਰਾਨ ਸਮਸਰ ਮਨ ਭਾਵਤ। ਤੇ ਉਹ ਅੰਦਰ ਬਾਹਰ ਉਹਨੂੰ ਜਿਵੇਂ ਆਪਣੀ ਪ੍ਰਾਣਾਂ ਦਾ ਬੰਦਾ ਖਿਆਲ ਰੱਖਦਾ ਨਾ, ਆਪਣੀ ਜਾਨ ਦਾ, ਜਾਨ ਤੋਂ ਵੱਧ ਕੇ ਬੱਚੇ ਨੂੰ ਪਿਆਰ ਕਰਦੇ ਸੀ। ਜਬ ਮਰ ਗਇਓ ਸ਼ੋਕ ਉਪਜਾਇਓ। ਜਦੋਂ ਬੱਚਾ ਚੜ੍ਹਾਈ ਕਰ ਗਿਆ ਮਾਂ ਬਾਪ ਬੜੇ ਦੁਖੀ ਹੋਏ। ਪਿਆਰੋ ਜਿਤਕ ਤਿਤਕ ਦੁਖ ਪਾਇਓ। ਜਿੰਨਾ ਬੱਚਾ ਪਿਆਰਾ ਸੀ ਓਨਾ ਹੀ ਦੁੱਖ, ਕਿਉਂਕਿ ਇਹ ਤਾਂ ਕੁਦਰਤੀ ਗੱਲ ਹੈ। ਸਾਨੂੰ ਮੋਹ ਹੀ ਰਵਾਉਂਦਾ ਹੈ, ਮੋਹ ਹੀ ਸਤਾਉਂਦਾ ਹੈ। ਜਿੰਨਾ ਕਿਸੇ ਨਾਲ ਜ਼ਿਆਦਾ ਅਟੈਚਮੈਂਟ ਹੋਏਗੀ ਓਨਾ ਦੁੱਖ ਜ਼ਿਆਦਾ ਹੋਏਗਾ। ਲੋਕਾਂ ਦੇ ਵੀ ਪੁੱਤਰ ਮਰਦੇ ਹੈ, ਦੂਰ ਕਿਤੇ ਆਪਾਂ ਨੂੰ ਖਿਆਲ ਘੰਟੇ 2 ਘੰਟੇ ਲਈ ਭਾਵੇਂ ਆ ਜੇ, ਫਿਰ ਆਪਾਂ ਭੁੱਲ ਜਾਂਦੇ ਹਾਂ। ਆਪਣੇ ਸ਼ਹਿਰ ਵਿੱਚ ਕੋਈ ਜਵਾਨ ਬੱਚਾ ਚੜ੍ਹਾਈ ਕਰ ਜੇ, ਆਪਾਂ 2-4 ਦਿਨ ਤੱਕ ਉਹਦੇ ਬਾਰੇ ਸੋਚਦੇ ਹਾਂ। ਆਪਣੀ ਗਲੀ ਮੁਹੱਲੇ ਵਿੱਚ ਕੋਈ ਮਰ ਜਾਏ, ਆਪਾਂ 2-4 ਮਹੀਨੇ ਤੱਕ ਵੀ ਉਹਨੂੰ ਯਾਦ ਕਰਦੇ ਹਾਂ। ਆਪਣੇ ਘਰ ਚੜ੍ਹਾਈ ਕਰ ਜੇ ਤੇ ਆਪਾਂ ਸਾਲ 2 ਸਾਲ, ਜੇ ਖਾਸ ਪੁੱਤਰ ਹੋਵੇ ਤੇ ਭੁੱਲਣਾ ਔਖਾ ਹੁੰਦਾ ਮਾਪਿਆਂ ਨੂੰ। ਮਾਂ ਬਾਪ ਤਾਂ ਨਹੀਂ ਭੁੱਲਦੇ, ਬਾਕੀ ਚਲੋ ਭੈਣ ਭਰਾ ਰਿਸ਼ਤੇਦਾਰ ਹੌਲੇ ਹੌਲੇ ਆਪਣਾ ਮਨ ਦੂਜੇ ਪਾਸੇ ਲਾ ਲੈਂਦੇ। ਜਿੰਨਾ ਮੋਹ ਹੈ ਓਨੀ ਪੀੜ ਹੈ। ਸੋ ਹੁਣ ਮਾਂ ਬਾਪ ਦੀ ਪੀੜ ਤਾਂ ਕੁਦਰਤੀ ਹੈ, ਨੇਚਰਲੀ ਹੈ, ਉਹਨੂੰ ਤਾਂ ਕੱਢਿਆ ਨਹੀਂ ਜਾ ਸਕਦਾ। ਮਾਂ ਬਾਪ ਦੀ ਮਮਤਾ ਨੂੰ ਖਤਮ ਕਰਨਾ ਕੋਈ ਸੌਖਾ ਕੰਮ ਹੈ? ਬਹੁਤ ਮੁਸ਼ਕਲ ਹੈ। ਉਹ ਮਾਂ ਬਾਪ ਬਾਹਮਣ ਤੇ ਬਾਹਮਣੀ ਬੜੇ ਰੋਏ ਹਨ। ਜਨਨੀ ਕਰਹਿ ਬਿਰਲਾਪ ਕਨੇਰੇ। ਮਾਂ ਬੜੀ ਰੋਂਦੀ ਹੈ, ਬੜਾ ਬਿਰਲਾਪ ਕਰਦੀ ਹੈ ਆਪਣੇ ਬੱਚੇ ਨੂੰ ਵੇਖ ਕੇ ਮਰੇ ਹੋਏ ਨੂੰ। ਆਹੋ ਪੁੱਤਰ ਕਿਉ ਜਨਮਿਓ ਮੇਰੇ। ਕਹਿੰਦੀ ਹੈ ਵੇ ਪੁੱਤਰਾ, ਤੂੰ ਜੇ ਮਰ ਜਾਣਾ ਸੀ ਤੇ ਤੂੰ ਮੇਰੀ ਕੁੱਖੋਂ ਜੰਮਿਆ ਹੀ ਕਿਉਂ ਸੀਗਾ? ਜੇ ਤੂੰ ਚਲਾ ਜਾਣਾ ਸੀ ਤੂੰ ਜੰਮਦਾ ਹੀ ਨਾ। ਹਾਂਜੀ, ਮਰਿਓ ਕਸ਼ਟ ਅਤਸ਼ਾਹ ਦੇ ਗਇਓ। ਤੂੰ ਨਾ ਹੁੰਦਾ ਤੇ ਨਾ ਮਰਦਾ, ਇੰਨਾ ਕਸ਼ਟ ਨਾ ਹੁੰਦਾ। ਤੇ 3 ਪੁੱਤਰ ਹੈ ਨਰਨ ਕੇ, ਇੱਕ ਨਾ ਜਨਮਿਆ ਜਾਨ। 3 ਤਰ੍ਹਾਂ ਦੇ ਪੁੱਤਰ ਨੇ ਲੋਕਾਂ ਦੇ। ਇੱਕ ਉਹ ਪੁੱਤਰ ਹੁੰਦਾ ਜਿਹੜਾ ਜੰਮਿਆ ਹੀ ਕੋਈ ਨਹੀਂ। ਮਾਂ ਬਾਪ ਉਡੀਕਦੇ ਉਡੀਕਦੇ ਬੁੱਢੇ ਹੋ ਕੇ ਚਲੇ ਜਾਂਦੇ ਆ। ਉਹ ਵੀ ਬੜਾ ਤੰਗ ਕਰਦਾ ਜਿਹੜਾ ਬੱਚਾ ਜੰਮਿਆ ਹੀ ਨਹੀਂ। ਮਾਂ ਬਾਪ ਉਡੀਕਦੇ ਆ, ਦਵਾਈਆਂ ਲੈਂਦੇ ਆ, ਵੈਦਾਂ ਹਕੀਮਾਂ ਡਾਕਟਰਾਂ ਕੋਲੋਂ ਇਲਾਜ ਕਰਾਉਂਦੇ ਆ, ਸੰਤਾਂ ਮਹਾਤਮਾ ਕੋਲੋਂ ਆਸ਼ੀਰਵਾਦ ਲੈਂਦੇ ਆ, ਧਾਗੇ ਤਵੀਤ ਝਾੜੇ ਫੂਕੇ, ਬੜੇ ਪੂਜਾ ਪਾਠ, ਬਹੁਤ ਕੁਛ ਲੋਕ ਕਰਾਉਂਦੇ ਬੱਚਾ ਹੋ ਜਾਏ। ਉਹ ਵੀ ਬੱਚਾ ਦੁੱਖ ਦਿੰਦਾ ਹੈ। ਪਰ ਉਸ ਤੋਂ ਜ਼ਿਆਦਾ ਦੂਜਾ ਬੱਚਾ ਹੁੰਦਾ ਜਿਹੜਾ ਜੰਮ ਤਾਂ ਪਿਆ ਪਰ 10-15 ਸਾਲ 20 ਸਾਲ 30 ਸਾਲ ਮਾਂ ਬਾਪ ਕੋਲ ਰਹਿ ਕੇ ਚਲਾ ਗਿਆ, ਮਾਂ ਬਾਪ ਦੇ ਹੁੰਦੇ ਹੀ ਮਰ ਗਿਆ। ਉਹ ਬੱਚਾ ਜਿਹੜਾ ਹੈ ਨਾ ਹੋਣ ਵਾਲੇ ਨਾਲੋਂ ਵੀ ਜ਼ਿਆਦਾ ਦੁੱਖ ਦਿੰਦਾ ਹੈ। ਮਾਂ ਬਾਪ ਇਹ ਹੀ ਕਹਿੰਦੇ ਆ ਵੀ ਤੂੰ ਇਹਦੇ ਨਾਲੋਂ ਜੰਮਦਾ ਹੀ ਨਾ ਜੇ ਤੂੰ ਚਲੇ ਜਾਣਾ ਸੀ। ਤੀਸਰਾ ਬੱਚਾ ਉਹ ਹੁੰਦਾ ਜਿਹੜਾ ਹੋ ਵੀ ਪਿਆ ਔਰ ਮਰਿਆ ਵੀ ਨਹੀਂ ਪਰ ਨਲਾਇਕ ਹੈ, ਨਸ਼ੇ ਪੱਤੇ ਕਰਦਾ ਹੈ, ਮਾਂ ਬਾਪ ਦਾ ਕਹਿਣਾ ਨਹੀਂ ਮੰਨਦਾ, ਥਾਣੇ 'ਚ ਕਦੀ
ਕਦੀ ਹਸਪਤਾਲ 'ਚ, ਕਦੀ ਕਿਸੇ ਦਾ ਸਿਰ ਪਾੜਿਆ, ਕਦੀ ਆਪਣਾ ਪੜਵਾਇਆ। ਉਹ ਜਿਹੜੇ ਰੋਜ਼ ਲਾਂਭੇ ਆਉਂਦੇ ਆ, ਉਹ ਤੀਜਾ ਬੱਚਾ ਸ਼ਰਾਬੀ, ਕਬਾਬੀ, ਜੁਆਰੀ, ਨਸ਼ੇੜੀ, ਉਹ ਪਿਛਲੇ ਦੋਵਾਂ ਨਾਲੋਂ ਵੀ ਜ਼ਿਆਦਾ ਤੰਗ ਕਰਦਾ ਹੈ। 3 ਤਰ੍ਹਾਂ ਦੇ ਬੱਚੇ ਹਨ, ਦੁੱਖ ਹੀ ਦਿੰਦੇ ਹਨ। ਸੋ ਬ੍ਰਾਹਮਣ ਦਾ ਬੱਚਾ ਮਰ ਗਿਆ, ਬ੍ਰਾਹਮਣ ਤੇ ਬ੍ਰਾਹਮਣੀ ਬੜੇ ਰੋਂਦੇ ਹਨ। ਅਜ ਹੋ ਨ ਜਗ ਕੁਛ ਦੇਖਤ ਭਇਓ। ਮਾਂ ਕਹਿੰਦੀ ਹੈ, ਵੇ ਪੁੱਤਰਾ, ਤੂੰ ਅਜੇ ਕਿਹੜਾ ਦੁਨੀਆ ਦੇਖੀ ਸੀ, ਅਜੇ ਤੂੰ ਸੰਸਾਰ ਦਾ ਕੁਛ ਵੀ ਨਹੀਂ ਦੇਖਿਆ। 12 ਸਾਲ ਦੀ ਉਮਰ 'ਚ ਬੱਚੇ ਨੂੰ ਕੀ ਨੌਲੇਜ ਹੁੰਦੀ ਹੈ? ਉਹਦਾ ਬੱਚਾ ਖੇਡਦਾ ਹੈ, ਬਸ ਤੂੰ ਖੇਡਦਾ ਖੇਡਦਾ ਹੀ ਚਲਾ ਗਿਆ ਹੈ। ਤਿਜ ਰੋਦਤ ਕਰ ਊਚ ਪੁਕਾਰਾ। ਤੇ ਜਿਹੜਾ ਉਹ ਬ੍ਰਾਹਮਣ ਸੀਗਾ ਪਿਓ ਮੁੰਡੇ ਦਾ, ਉਹ ਵੀ ਬੜਾ ਉੱਚਾ ਉੱਚਾ ਰੋਂਦਾ ਹੈ। ਹੇ ਸਤ ਗੁਰ ਕੋ ਕਰ ਮੈਂ ਪਾਰਾ। ਹੇ ਬੇਟੇ, ਹੇ ਪੁੱਤਰ, ਤੂੰ ਗੁਰੂ ਦੀ ਬਖਸ਼ਿਸ਼ ਸੀਗਾ। ਗੁਰੂ ਮਹਾਰਾਜ ਨੇ ਮੇਰੀ ਝੋਲੀ 'ਚ ਤੂੰ ਪਾਇਆ ਸੀ ਤੇ ਹੁਣ ਤੂੰ ਚਲਾ ਗਿਆ ਹੈ। ਬੇਟੇ, ਮੈਂ ਤਾਂ ਗੁਰੂ ਦਾ ਸਮਝ ਕੇ ਤੈਨੂੰ ਪਾਲਿਆ ਸੀ। ਨਹਿ ਸਹਾਇਤਾ ਮੇਰੀ ਕੀਨ। ਪਰ ਗੁਰੂ ਨੇ ਮੇਰੀ ਸਹਾਇਤਾ ਨਹੀਂ ਕੀਤੀ। ਗੁਰੂ ਨੇ ਮੇਰੇ ਬੱਚੇ ਨੂੰ ਲੰਮੀ ਉਮਰ ਨਹੀਂ ਦਿੱਤੀ। ਜਮ ਨੇ ਆਏ ਕਰਿਓ ਬਿਆਹੀਨ। ਹਾਂ, ਜਮਦੂਤਾਂ ਨੇ ਮੇਰੇ ਬੱਚੇ ਨੂੰ ਉਮਰ ਤੋਂ ਹੀਣਾ ਕਰਤਾ, ਭਾਵ ਮੇਰੇ ਬੱਚੇ ਦੀ ਜਾਨ ਲੈ ਲਈ ਹੈ। ਇਤਿਆਦਿਕ ਦਿਜ ਦੰਪਤ ਸੋਏ। ਇਸ ਤਰ੍ਹਾਂ ਬ੍ਰਾਹਮਣ ਤੇ ਬ੍ਰਾਹਮਣੀ ਦੋਵੇਂ ਪਤੀ ਪਤਨੀ ਬਿਰਲਾਪ ਕਰਦੇ ਐ, ਵੈਣ ਪਾਉਂਦੇ, ਹਾਏ ਹਾਏ ਕਰਦੇ, ਰੋਂਦੇ ਪਿੱਟਦੇ ਨੇ। ਕਰਤ ਬਿਲਾਪ ਸ਼ੋਕ ਮੈਂ ਹੋਏ। ਬ੍ਰਾਹਮਣ ਵੀ ਰੋਂਦਾ ਹੈ, ਬ੍ਰਾਹਮਣੀ ਵੀ ਰੋਂਦੀ, ਆਪਣੇ ਬੱਚੇ ਨੂੰ ਯਾਦ ਕਰਕੇ। ਲੀਏ ਅੰਕ ਬਹਰੋਦਨ ਠਾਨੇ। ਗੋਦੀ 'ਚ ਪੁੱਤਰ ਦੀ ਲਾਸ਼ ਚੁੱਕੀ ਹੋਈ ਹੈ, ਮਾਂ ਵਿਰਲਾਪ ਕਰਦੀ ਹੈ। ਮਿਲੇ ਨਿਕਟ ਕੇ ਲੋਕ ਬਖਾਨੇ। ਗਲੀ ਮੁਹੱਲੇ ਦੇ ਪਿੰਡ ਦੇ ਲੋਕ ਇਕੱਠੇ ਹੋ ਗਏ, ਸਾਰੇ ਸਮਝਾਉਣ ਲੱਗ ਪਏ ਵੀ ਭਾਈ, ਜੋ ਪ੍ਰਮਾਤਮਾ ਦਾ ਭਾਣਾ ਹੈ ਉਹ ਤਾਂ ਵਰਤਣਾ ਹੀ ਵਰਤਣਾ। ਹੁਣ ਤੁਸੀਂ ਜੋ ਹੋ ਗਿਆ ਇਹਨੂੰ ਵਾਪਸ ਤਾਂ ਲਿਆ ਨਹੀਂ ਸਕਦੇ। ਹੁਣ ਭਾਣਾ ਮੰਨੋ। ਪ੍ਰਮਾਤਮਾ ਦੇ ਹੁਕਮ ਵਿੱਚ ਇਹ ਬੱਚਾ ਆਇਆ ਸੀ, ਹੁਕਮ ਵਿੱਚ ਚਲਾ ਗਿਆ ਹੈ। ਅਬ ਕਿਆ ਹੋਏ ਸ਼ੋਕ ਬੜ ਧਰੋ। ਹੁਣ ਰੋਇਆ ਪਿੱਟਿਆ ਕੀ ਹੋ ਸਕਦਾ? ਜਿੰਨੇ ਮਰਜ਼ੀ ਆਪਣੇ ਸਰੀਰ ਨੂੰ, ਆਪਣੇ ਮਨ ਨੂੰ ਦੁਖੀ ਕਰ ਲਓ, ਪਰ ਮਨ ਸ਼ਾਂਤ ਤਾਂ ਨਹੀਂ ਹੋਵੇਗਾ। ਭਾਣਾ ਮੰਨਣ ਨਾਲ ਹੀ ਮਨ ਨੂੰ ਸ਼ਾਂਤੀ ਮਿਲੇਗੀ। ਜਾਹੋ ਬਹਿਰਲੇ ਗਤ ਤਿਸ ਕਰੋ। ਜਾਓ, ਇਹਨੂੰ ਲੈ ਜਾਓ ਬਾਹਰ ਤੇ ਇਹਦਾ ਸੰਸਕਾਰ ਕਰ ਦਿਓ। ਨਹੀਂ ਆ ਰਬ ਲਿਖੀ ਵਿਧਾਤੇ। ਰੱਬ ਨੇ ਇਹਨੂੰ ਉਮਰ ਦਿੱਤੀ ਨਹੀਂ, ਵਿਧਾਤਾ ਨੇ 12 ਸਾਲ ਦਿੱਤੇ ਸੀ, ਇਹਨੇ ਜੀ ਲਿਆ। ਹੋਰ ਹੁਣ ਜਿੰਨੀ ਉਮਰ ਦਿੱਤੀ ਰੱਬ ਨੇ ਓਨੀ ਭੋਗਣੀ ਹੈ, ਜ਼ਿਆਦਾ ਤਾਂ ਨਹੀਂ ਬੰਦਾ ਕਰ ਸਕਦਾ। ਹਾਂਜੀ। ਕਿਉ ਦੁਖ ਪਾਵਤ ਰੁਦਨ ਮਹਾਤੇ। ਕਿਉਂ ਰੋਂਦੇ ਹੋ? ਬੜੇ ਦੁਖੀ ਕਿਉਂ ਹੁੰਦੇ ਹੋ? ਇਹ ਬੱਚੇ ਦਾ ਸਮਾਂ ਪੂਰਾ ਹੋ ਗਿਆ, ਸੋ ਇਹ ਚਲਾ ਗਿਆ ਹੈ। ਸੁਣ ਦੰਪਤ ਲੋਕਨ ਸੰਗ ਕਹੈ। ਇਹ ਸੁਣ ਕੇ ਪਤੀ ਪਤਨੀ ਲੋਕਾਂ ਨੂੰ ਕਹਿਣ ਲੱਗੇ, ਹਮਰੇ ਸ੍ਰੀ ਗੁਰ ਰਾਖੇ ਰਹੈ। ਸਾਡੇ ਰਾਖੇ ਤਾਂ ਗੁਰੂ ਜੀ ਹਨ, ਸ੍ਰੀ ਗੁਰੂ ਹਰਿਰਾਏ ਸਾਹਿਬ ਜੀ, ਉਹ ਸਾਡੇ ਰੱਖਿਅਕ ਹਨ। ਸਦਾ ਭਰੋਸਾ ਹੈ ਤਿਨ ਕੇਰਾ। ਬ੍ਰਾਹਮਣ ਤੇ ਬ੍ਰਾਹਮਣੀ ਰੋ ਰੋ ਕੇ ਕਹਿੰਦੇ ਨੇ ਵੀ ਸਾਨੂੰ ਤਾਂ ਆਪਣੇ ਗੁਰੂ ਦਾ ਹੀ ਭਰੋਸਾ ਹੈ। ਸਤਿਗੁਰੂ ਹੀ ਲੋਕ ਪਰਲੋਕ ਦੇ ਰਾਖੇ ਹਨ ਸਾਡੇ। ਭਇਓ ਅਚਾਨਕ ਮ੍ਰਿਤ ਸੁਤ ਮੇਰਾ। ਮੇਰਾ ਬੱਚਾ ਅਚਾਨਕ ਚੜ੍ਹਾਈ ਕਰ ਗਿਆ ਹੈ। ਅਬ ਪੀ ਵਹਿਰ ਨਹੀਂ ਲੈ ਜਾਵੈ ਹੈ। ਮੈਂ ਨਹੀਂ ਇਹਨੂੰ ਸੰਸਕਾਰਨ ਦੇਣਾ, ਮੈਂ ਇਹਦਾ ਸੰਸਕਾਰ ਨਹੀਂ ਹੋਣ ਦੇਣਾ। ਸਤਿਗੁਰ ਪੌਰ ਅਗਾਰੀ ਪਾਵੈ ਹੈ। ਮੈਂ ਤਾਂ ਇਹਨੂੰ ਗੁਰੂ ਦੇ ਦਰਵਾਜ਼ੇ ਤੇ ਲੰਮਾ ਪਾ ਦੇਣਾ। ਗੁਰੂ ਜਾਣੇ ਤੇ ਬੱਚਾ ਜਾਣੇ। ਹੁਣ ਗੁਰੂ ਨੂੰ ਇਹ ਬੱਚਾ ਜਿਵਾਣਾ ਪੈਣਾ ਹੈ। ਕਹਿ ਹਮਰੋ ਦੇ ਪੁੱਤਰ ਜਵਾਏ। ਜਾਂ ਤਾਂ ਗੁਰੂ ਸਾਹਿਬ ਸਾਡੇ ਬੱਚੇ ਨੂੰ ਜਿੰਦਾ ਕਰ ਦੇਣ, ਨਾ ਹਿਤ ਤਹ ਦੋ ਨਹ ਮਰ ਜਾਏ। ਨਹੀਂ ਤਾਂ ਅਸੀਂ ਦੋਵੇਂ ਪਤੀ ਪਤਨੀ ਬਾਬੇ ਦੇ ਬੂਹੇ ਤੇ ਹੀ ਮਰ ਜਾਾਂਗੇ। ਗੁਰੂ ਹਰਿਰਾਏ ਸਾਹਿਬ ਦੇ ਦਰਵਾਜ਼ੇ ਤੇ ਅਸੀਂ ਵੀ ਮਰ ਜਾਾਂਗੇ, ਬੱਚਾ ਜੇ ਜਿੰਦਾ ਨਾ ਹੋਇਆ ਸਾਡਾ। ਸੁਤ ਕੈ ਸ਼ੋਕ ਨ ਜੀਅ ਨ ਹਮਾਰੋ। ਸਾਡੇ ਕੋਲੋਂ ਬੱਚੇ ਦੇ ਵਿਛੋੜੇ 'ਚ ਜੀਆ ਨਹੀਂ ਜਾਂਦਾ। ਜਾਂ ਤਾਂ ਗੁਰੂ ਸਾਹਿਬ ਸਾਨੂੰ ਵੀ ਮਾਰ ਦੇਣ ਤੇ ਜਾਂ ਫਿਰ ਸਾਡੇ ਬੱਚੇ ਨੂੰ ਨਵਾਂ ਜੀਵਨ ਦੇ ਦੇਣ। ਗੁਰ ਬਿਨ ਅਪਰ ਨਹੀਂ ਉਪਚਾਰੋ। ਗੁਰੂ ਮਹਾਰਾਜ ਤੋਂ ਬਿਨਾ ਸਾਡਾ ਕੋਈ ਹੀਲਾ, ਕੋਈ ਉਪਚਾਰ, ਕੋਈ ਇਲਾਜ ਨਹੀਂ ਰਹਿ ਗਿਆ। ਇਮ ਕਹਿ ਸੁਤ ਕੋ ਲਿਓ ਉਠਾਏ। ਇਸ ਤਰ੍ਹਾਂ ਬ੍ਰਾਹਮਣ ਨੇ ਤੇ ਬ੍ਰਾਹਮਣੀ ਨੇ ਆਪਣੇ ਬੱਚੇ ਦੀ ਲਾਸ਼ ਚੁੱਕ ਲਈ। ਉੱਚੇ ਰੁਦਨ ਕਰਤ ਚਲ ਆਏ। ਉੱਚੇ ਵੈਣ ਪਾਉਂਦੇ ਹੋਏ, ਰੋਂਦੇ ਪਿੱਟਦੇ ਦੋਵੇਂ ਪਤੀ ਪਤਨੀ ਆ ਗਏ। ਦੋਹਰਾ ਸ਼੍ਰੀ ਸਤਿਗੁਰ ਹਰਿਰਾਏ ਕੋ। ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ 7ਵੇਂ ਪਾਤਸ਼ਾਹ ਜੀ
ਤੋ ਜਹਾਂ ਬਰਪਾਰ। ਜਿੱਥੇ ਸਤਿਗੁਰੂ ਜੀ ਨਿਵਾਸ ਕਰਦੇ ਸੀ ਗੁਰੂ ਕੇ ਮਹਿਲਾਂ 'ਚ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਵੱਡੇ ਦਰਵਾਜ਼ੇ ਦੇ ਸਾਹਮਣੇ ਮ੍ਰਿਤ ਸਤ ਕੋ ਤਹ ਪਾਏ ਕਰ। ਡਿਉਢੀ 'ਚ ਲਿਆ ਕੇ ਮੁਰਦਾ ਬੱਚਾ ਪਾਤਾ, ਉੱਥੇ ਲਿਟਾਤਾ ਬੱਚੇ ਨੂੰ। ਮਾਂ ਵੈਣ ਪਾਣ ਲੱਗ ਪਈ। ਦੰਪਤ ਰੋਦਤ ਰੌਰ। ਦੋਵੇਂ ਪਤੀ ਪਤਨੀ ਰੋਂਦੇ, ਰੌਲਾ ਪੈ ਰਿਹਾ ਹੈ। ਦੋਹਰਾ ਤੇਜ ਜਨਨੀ ਰੋਦਤ ਅਦਕ। ਕਹਿੰਦੇ ਬ੍ਰਾਹਮਣ ਦੀ ਘਰ ਵਾਲੀ ਉਸ ਬੱਚੇ ਦੀ ਮਾਂ ਬਹੁਤ ਰੋਂਦੀ ਹੈ। ਇਕੱਠੇ ਨਰ ਸਮੁਦਾਇ। ਤੇ ਲੋਕ ਬੜੇ ਇਕੱਠੇ ਹੋ ਗਏ ਨੇ, ਬਹੁਤ ਦੁਨੀਆ ਉੱਥੇ ਆ ਗਈ ਹੈ। ਸ਼ੋਕ ਬਿਲੋਕਤ ਰੋਕਤੇ। ਕਹਿੰਦੇ ਸ਼ੋਕ ਬਿਲੋਕਤ, ਉਹਨਾਂ ਦਾ ਸ਼ੋਕ ਵੇਖ ਕੇ ਰੋਣ ਤੋਂ ਰੋਕਦੇ ਨੇ ਸਿੱਖ। ਉੱਥੇ ਜਿਹੜੇ ਵੀ ਸਿਆਣੇ ਬਈ ਰੋਵੋ ਨਾ, ਭਾਣਾ ਪ੍ਰਮਾਤਮਾ ਦਾ ਜੋ ਵਰਤ ਗਿਆ ਭਾਈ ਹੁਣ ਮੰਨੋ। ਹਾਂਜੀ, ਰੌਰ ਨ ਰੁਦਨ ਉਠਾਏ। ਹਾਂ, ਰੌਣ ਪਿੱਟਣ ਨਾਲ ਹੁਣ ਕੀ ਹੋ ਸਕਦਾ? ਜਿਹੜਾ ਜੀ ਚਲਾ ਗਿਆ ਉਹਨੇ ਆਉਣਾ ਤਾਂ ਹੈ ਨਹੀਂ ਹੁਣ। ਹਾਂਜੀ, ਚੌਪਈ ਕੇਤਕ ਨਰ ਸਤ ਗੁਰ ਟਿਗ ਆਏ। ਕੁਝ ਬੰਦੇ ਗੁਰੂ ਸਾਹਿਬ ਕੋਲ ਅੰਦਰ ਆਏ ਹਨ ਮਹਿਲਾਂ ਦੇ ਵਿੱਚ। ਹੇਤ ਰੌਰ ਕੋ ਸਕਲ ਸੁਨਾਏ। ਮਹਾਰਾਜ ਨੇ ਪੁੱਛਿਆ ਭਾਈ ਬਾਹਰ ਰੌਲਾ ਕਾਹਦਾ ਪਿਆ, ਕੌਣ ਰੋ ਰਿਹਾ ਹੈ? ਉਹਨਾਂ ਨੇ ਆਖਿਆ ਮਹਾਰਾਜ ਫਲਾਣੇ ਪੰਡਤ ਦਾ ਮੁੰਡਾ ਮਰ ਗਿਆ ਹੈ, ਪੰਡਤਾਣੀ ਤੇ ਪੰਡਤ ਦੋਵੇਂ ਰੋ ਰਹੇ ਹਨ। ਮ੍ਰਿਤਕ ਪੁੱਤਰ ਕੋ ਬਿਪਰ ਉਠਾਏ। ਮਰਦਾ ਬੱਚਾ ਲਿਆ ਕੇ ਤੁਹਾਡੇ ਬੂਹੇ ਤੇ ਲੰਮਾ ਪਾ ਦਿੱਤਾ ਹੈ। ਪੌਰ ਆਕੇ ਦੀਨ ਸਪਾਏ। ਬੱਚੇ ਦੀ ਲਾਸ਼ ਦਰਵਾਜ਼ੇ 'ਚ ਪਈ ਹੈ। ਸਤਿਗੁਰੂ ਜੀ ਆਪ ਚੱਲ ਕੇ ਦੇਖਣਾ ਚਾਹੁੰਦੇ ਹੋ ਦੇਖ ਲਵੋ। ਪਰ ਉਹ ਬਾਹਮਣ ਤੇ ਬਾਹਮਣੀ ਇੱਕੋ ਹੀ ਗੱਲ ਕਹਿੰਦੇ ਹੈ ਵੀ ਗੁਰੂ ਸਾਹਿਬ ਸਾਡੇ ਬੱਚੇ ਨੂੰ ਜਿੰਦਾ ਕਰਨਗੇ। ਰਹੇ ਹਟਾਏ ਹਟਤ ਕਿਮ ਨਾਹੀ। ਅਸੀਂ ਉਹਨਾਂ ਨੂੰ ਹਟਾਇਆ, ਸਮਝਾਇਆ ਵੀ ਮਰੇ ਹੋਏ ਬੰਦੇ ਕਦੀ ਜਿੰਦਾ ਹੋਏ ਨੇ? ਜਿਹਦੇ ਪ੍ਰਾਣ ਨਿਕਲ ਗਏ, ਸਵਾਸ ਨਿਕਲ ਗਏ, ਉਹ ਤੇ ਵਾਹਿਗੁਰੂ ਪਰਮੇਸ਼ਰ ਦੇ ਹੁਕਮ ਵਿੱਚ ਜੀਵ ਚਲਾ ਗਿਆ। ਹੁਣ ਮਰੇ ਹੋਏ ਨੂੰ ਕੌਣ ਜਿੰਦਾ ਕਰ ਸਕਦਾ ਹੈ? ਕਹੈ ਕਿ ਸੁਧ ਦੇਹੁ ਸਤਿਗੁਰ ਪਾਹੀ। ਹਾਂ, ਪਰ ਉਹ ਕਹਿੰਦੇ ਆ ਵੀ ਨਹੀਂ, ਇੱਕ ਵਾਰੀ ਗੁਰੂ ਸਾਹਿਬ ਨੂੰ ਖਬਰ ਦਿਓ, ਗੁਰੂ ਸਾਹਿਬ ਸਾਡੇ ਬੱਚੇ ਨੂੰ ਜਿੰਦਾ ਕਰਨਗੇ। ਬੜੇ ਵਿਸ਼ਵਾਸ ਨਾਲ ਪੰਡਤ ਤੇ ਪੰਡਤਾਣੀ ਇਹ ਗੱਲ ਕਹਿ ਰਹੇ ਨੇ। ਮੇਰੋ ਪੁੱਤਰ ਜਵਾਬਨ ਕਰੈ। ਬਾਰ-ਬਾਰ ਪੰਡਤ ਇਹ ਕਹਿੰਦਾ ਵੀ ਗੁਰੂ ਸਾਹਿਬ ਮੇਰਾ ਬੱਚਾ ਜਿੰਦਾ ਕਰਨਗੇ। ਨਾ ਤੁਰ ਹਮਦੋ ਨੋਹ ਪੀ ਮਰੈ। ਨਹੀਂ ਤੇ ਅਸੀਂ ਵੀ ਬਾਬਾ ਜੀ ਦੇ ਬੂਹੇ ਤੇ ਤੜਫ ਤੜਫ ਕੇ ਮਰ ਜਾਵਾਂਗੇ, ਰੋ ਰੋ ਕੇ ਮਰ ਜਾਵਾਂਗੇ। ਸਮਝਤ ਨਹੀਂ ਰਹੇ ਸਮਝਾਏ। ਸਤਿਗੁਰੂ ਜੀ ਉਹਨਾਂ ਨੂੰ ਅਸੀਂ ਬੜਾ ਸਮਝਾ ਰਹੇ ਹਾਂ ਪਰ ਉਹ ਸਮਝਦੇ ਨਹੀਂ। ਸੁਨ ਬੋਲੇ ਸ੍ਰੀ ਗੁਰ ਹਰਿ ਰਾਏ। ਇਹ ਸੁਣ ਕੇ ਸਤਿਗੁਰੂ ਰਾਏ ਸਾਹਿਬ ਜੀ ਬੋਲੇ, ਕਹੋ ਬਿਪਰ ਸੋ ਕਰਹੁ ਉਠਾਵਨ। ਮਹਾਰਾਜ ਕਹਿੰਦੇ ਉਹ ਪੰਡਤ ਨੂੰ ਆਖੋ ਬਈ ਮਰਿਆ ਹੋਇਆ ਬੰਦਾ ਜਿੰਦਾ ਨਹੀਂ ਹੁੰਦਾ। ਜਿਹੜਾ ਪੁਰਾਣੇ ਵਿੱਚ ਮਰ ਗਿਆ, ਅਕਾਲ ਪੁਰਖ ਨੇ ਵਾਹਿਗੁਰੂ ਨੇ ਜਿਹਦੇ ਸਵਾਸ ਲੈ ਲਏ, ਉਹ ਹੁਣ ਕਿਵੇਂ ਜਿੰਦਾ ਕਰੀਏ? ਉਹ ਪਰਮਾਤਮਾ ਨੇ ਜਿੰਨੇ ਉਹਨੂੰ ਸਵਾਸ ਦਿੱਤੇ ਸੀ ਉਹ ਪੂਰੇ ਕਰ ਗਿਆ ਹੈ। ਪਰਾ ਲਬਦ ਪ੍ਰਾਨੀ ਭੁਗਤਾਵਨ। ਹਰ ਇੱਕ ਬੰਦਾ ਆਪਣੀ ਪਰਾ ਲਬਦ ਭੋਗਣ ਆਉਂਦਾ ਦੁਨੀਆ ਤੇ। ਜਿੰਨੀ ਪਰਾ ਲਬਦ, ਜਿੰਨੇ ਸਾਲ, ਮਹੀਨੇ, ਦਿਨ, ਘੜੀਆਂ, ਮਿੰਟ, ਸਕਿੰਟ ਬੰਦੇ ਦੇ ਲਿਖੇ ਹੁੰਦੇ ਆ, ਉਹ ਆਪਣੀ ਭੋਗ ਕੇ ਦੁੱਖ ਭੋਗਣਾ ਹੋਵੇ, ਸੁੱਖ ਭੋਗਣਾ, ਜੋ ਉਹਦੇ ਕਰਮਾਂ 'ਚ ਲਿਖਿਆ ਹੋਵੇ ਭੋਗ ਕੇ ਇੱਥੋਂ ਚਲਾ ਜਾਂਦਾ ਹੈ। ਪੂਰਬ ਜਨਮ ਕਰਮ ਜਿਮ ਕਰਹੀ। ਜਿਹੜੇ ਪਿਛਲੇ ਜਨਮਾਂ 'ਚ ਕਰਮ ਕੀਤੇ ਹੁੰਦੇ ਨੇ, ਕਿਸੇ ਨਾਲ ਲੈਣੇ ਦੇਣੇ ਦੇ ਸੰਬੰਧ ਹੁੰਦੇ ਨੇ, ਉਹਦੇ ਮੁਤਾਬਕ ਸੰਬੰਧ, ਰਿਸ਼ਤੇ ਦਾ ਨਾਤੇ ਵੀ ਬਣਦੇ ਨੇ ਬੰਦੇ ਦੇ। ਉਸੇ ਘਰ 'ਚ ਉਹਦਾ ਜਨਮ ਹੁੰਦਾ, ਉਹਨਾਂ ਚਿਰ ਸੁੱਖ ਦਿੰਦਾ, ਦੁੱਖ ਦਿੰਦਾ, ਉਹਦਾ ਜੋ ਲਿਖਿਆ ਹੁੰਦਾ ਕਿਸੇ ਬੰਦੇ ਨਾਲ ਉੱਦਾਂ ਦਾ ਹੀ ਸੰਬੰਧ ਬਣਦਾ, ਉੱਦਾਂ ਹੀ ਵਿਛੋੜਾ ਪੈ ਜਾਂਦਾ। ਹਾਂਜੀ, ਜਗ ਮਹਿ ਜੀਵ ਸਰੀਰਨ ਧਰਹੀ। ਇਹ ਸੰਸਾਰ ਦੇ ਵਿੱਚ ਜਿਹੜੇ ਲੋਕ ਨੇ ਉਹ ਆਪਣੇ ਕਰਮਾਂ ਦੇ ਮੁਤਾਬਕ ਸਰੀਰ ਧਾਰਨ ਕਰਦੇ ਨੇ। ਜਿਹੋ ਜਿਹੇ ਕਰਮ ਹੁੰਦੇ ਨੇ ਓਨੀ ਕੁ ਉਮਰ ਮਿਲਦੀ ਹੈ, ਓਨੇ ਕੁ ਪਰਿਵਾਰ ਦੇ ਜੀਅ ਮਿਲਦੇ ਨੇ। ਕਿਸੇ ਨੂੰ ਦੁੱਖ ਦੇਣਾ ਹੁੰਦਾ, ਕਿਸੇ ਨੂੰ ਸੁੱਖ ਦੇਣਾ ਹੁੰਦਾ ਪੁੱਤਰ ਬਣ ਕੇ, ਕਿਸੇ ਨੂੰ ਪਿਓ ਬਣ ਕੇ ਸੁੱਖ ਦੇਣਾ ਹੁੰਦਾ, ਕਿਸੇ ਨੇ ਪਿਓ ਬਣ ਕੇ ਦੁੱਖ ਦੇਣਾ ਹੁੰਦਾ। ਕਈ ਤਰ੍ਹਾਂ ਦੇ ਚੱਕਰ ਨੇ ਜਿਨ੍ਹਾਂ ਦੀ ਗਿਣਤੀ ਮਿਣਤੀ ਕੋਈ ਨਹੀਂ ਹੋ ਸਕਦੀ। ਬਹੁਤ ਲੰਮਾ ਮਾਇਆ ਜਾਲ ਹੈ, ਇਹਦੇ ਵਿੱਚ ਫਸਿਆ ਹੋਇਆ ਜੀਵ ਆ ਰਿਹਾ ਜਾ ਰਿਹਾ। ਹਾਂਜੀ, ਦੁੱਖ ਸੁੱਖ ਜਿਤਕ ਭੋਗ ਬੋ ਹੋਏ। ਇਹ ਸੰਸਾਰ ਦੇ ਵਿੱਚ ਜਿੰਨੇ ਭੋਗਣੇ ਹੁੰਦੇ ਨੇ ਦੁੱਖ ਸੁੱਖ ਬੰਦਾ ਭੋਗ ਕੇ, ਜਿੰਨੇ ਸਵਾਸ ਲੈਣੇ ਹੁੰਦੇ ਨੇ ਉਹ ਲੈ ਕੇ
ਤੇ ਇੱਥੋਂ ਚੋਲਾ ਛੱਡ ਜਾਂਦਾ, ਕਿਸੇ ਹੋਰ ਜਗ੍ਹਾ ਜਾ ਰਹਿੰਦਾ ਹੈ। ਉਤਮ ਆਦ ਜਨਮ ਜੋ ਕੋਏ। ਹਾਂ, ਇਹ ਸੰਸਾਰ ਦੇ ਵਿੱਚ ਜਿਹੜਾ ਵੀ ਕੋਈ ਜੰਮਿਆ ਹੈ, ਭਾਵੇਂ ਉੱਚੀ ਜਾਤੀ ਦਾ ਹੈ, ਭਾਵੇਂ ਨੀਵੀਂ ਜਾਤੀ ਦਾ ਹੈ, ਭਾਵੇਂ ਕੋਈ ਸੁਖੀ ਹੈ, ਭਾਵੇਂ ਦੁਖੀ ਹੈ, ਸਭ ਆਪਣੇ ਪ੍ਰਲਬਧ ਦੇ ਮੁਤਾਬਕ ਕਰਮਾਂ ਦੇ ਹਿਸਾਬ ਨਾਲ ਹੀ ਹੁੰਦਾ। ਹਾਂਜੀ। ਜਿਤਕ ਸਮੇਂ ਲਗ ਸਵਾਸਨ ਧਰਤਾ। ਜਿੰਨੇ ਕੁ ਸਮੇਂ ਤੱਕ ਬੰਦਾ ਸਵਾਸ ਲਿਖੇ ਹੁੰਦੇ ਹੈ ਉਹਨਾਂ 'ਚ ਰੱਖਦਾ ਹੈ। ਤ੍ਰੈ ਕੋ ਅਹ ਬਿਦਾਤਾ ਕਰਤਾ। ਤਿੰਨਾਂ ਚੀਜ਼ਾਂ ਦਾ ਪ੍ਰਮਾਤਮਾ ਹੀ, ਵਾਹਿਗੁਰੂ ਹੀ ਕਰਤਾ ਪੁਰਖ ਹੈ। ਹਾਂਜੀ। ਜਨਮ ਹੋਣ ਤੇ ਪੂਰਬ ਕਾਲਾ। ਉਹ ਇੱਕ ਤੇ ਸੁੱਖ ਦੁੱਖ, ਇੱਕ ਬੰਦੇ ਦੀ ਉਮਰ ਸਵਾਸ ਜਿਹੜੇ ਨੇ ਇਹ ਕਰਤਾਰ ਦੇ ਵੱਸ ਹੈ, ਕਰਮਾਂ ਦੇ ਮੁਤਾਬਕ ਮਿਲੀ ਜਾਣੇ ਆ। ਜਦੋਂ ਬੰਦੇ ਦਾ ਜਿੰਨਾ ਕੁ ਸਮਾਂ ਹੁੰਦਾ ਹੈ, ਤੀਨੋ ਰਚੇ ਜੀਵ ਕੇ ਨਾਲਾ। ਇਹ ਜੀਵ ਦੇ ਨਾਲ ਨੇ ਤਿੰਨ ਚੀਜ਼ਾਂ। ਕਿਹੜੀਆਂ ਕਿਹੜੀਆਂ? ਸੁੱਖ ਦੁੱਖ ਤੇ ਉਮਰ। ਮੌਤ ਜਿਹਨੂੰ ਕਹਿੰਦੇ ਆ, ਕਾਲ, ਉਹ ਨਾਲ ਹੀ ਹੈ। ਯਾਨੀ ਇੱਕ ਤਾਂ ਜਿਹੜਾ ਸੁੱਖ ਮੈਂ ਭੋਗਣਾ ਉਹ ਸਾਡਾ ਭੋਗਣਾ ਹੀ ਭੋਗਣਾ, ਉਹ ਸੁੱਖ ਸਾਨੂੰ ਮਿਲਣਾ ਹੀ ਮਿਲਣਾ। ਉਹ ਸੁੱਖ ਨਹੀਂ ਸਾਡੇ ਤੋਂ ਕੋਈ ਖੋ ਸਕਦਾ। ਜਿਹੜਾ ਕੋਈ ਸਾਡੇ ਕਰਮਾਂ ਦਾ ਸੁੱਖ ਹੈ ਉਹ ਸੁੱਖ ਨਹੀਂ ਕੋਈ ਸਾਡੇ ਤੋਂ ਖੋ ਸਕਦਾ। ਔਰ ਜਿਹੜਾ ਸਾਡੇ ਕਰਮਾਂ ਦਾ ਦੁੱਖ ਹੈ ਉਹ ਦੁੱਖ ਵੀ ਸਾਥੋਂ ਕੋਈ ਖੋ ਨਹੀਂ ਸਕਦਾ, ਉਹ ਵੀ ਸਾਨੂੰ ਭੋਗਣਾ ਪੈਂਦਾ ਹੈ। ਅਤੇ ਫਿਰ ਤੀਜੀ ਜਿਹੜੀ ਸਾਡੀ ਉਮਰ ਹੈ ਉਹ ਨਾ ਕੋਈ ਵਧਾ ਸਕਦਾ ਨਾ ਕੋਈ ਘਟਾ ਸਕਦਾ ਹੈ। ਉਹ ਜਿੰਨੀ ਲਿਖੀ ਹੈ ਓਨੀ ਭੋਗਣੀ ਪੈਂਦੀ ਹੈ। ਮਹਾਰਾਜ ਕਹਿੰਦੇ ਆ, ਈਸ਼ਵਰ ਕੀ ਇਹ ਕਰੀ ਮਰਜ਼ਾਦ। ਸਤਿਗੁਰੂ ਕਹਿੰਦੇ ਉਹਨਾਂ ਨੂੰ ਸਮਝਾਓ, ਪੰਡਿਤ ਨੂੰ, ਵੀ ਈਸ਼ਵਰ ਦੀ ਇਹ ਮਰਜ਼ਾਦਾ ਬਣਾਈ ਹੋਈ ਹੈ। ਈਸ਼ਵਰ ਨੇ ਸੰਸਾਰ ਦੇ ਅੰਦਰ ਜੀਵ ਭੇਜੇ ਹਨ, ਉਹਨੇ ਸਮਾਂ ਦਿੱਤਾ ਹੈ, ਉਹਨੇ ਹੀ ਮੌਤ ਦੇਣੀ ਹੈ। ਕੋ ਨਾ ਹਟਾਏ ਸਕ ਹੈ ਸੁਰ ਆਦ। ਦੇਵਤੇ ਵੀ ਨਹੀਂ ਹਟਾ ਸਕਦੇ, ਦੇਵੀ ਦੇਵਤੇ ਵੀ ਇਹ ਭਾਣਾ ਨਹੀਂ ਮਿਟਾ ਸਕਦੇ। ਇਹ ਸਭ ਨਾਲ ਵਰਤਣਾ ਹੀ ਵਰਤਣਾ ਹੈ। ਹਾਂਜੀ। ਸੁਨਤ ਮਸੰਦ ਹਾਥ ਜੁਗ ਜੋਰ। ਇਹ ਸੁਣ ਕੇ ਮਸੰਦਾਂ ਨੇ ਹੱਥ ਜੋੜ ਲਏ। ਪਾਏ ਰਜ਼ਾਏ ਗਇਓ ਦਿਜ ਔਰ ਪੰਡਿਤ ਨੂੰ ਸਮਝਾਣ ਗਏ, ਪਰ ਪੰਡਿਤ ਕਿੱਥੇ ਸਮਝਦਾ ਸੀ। ਉਹ ਤਾਂ ਬਿਰਲਾਪ ਕਰੀ ਜਾਂਦਾ, ਮਾਂ ਤੇ ਪਿਓ ਦੋਵੇਂ ਹੀ ਰੋਈ ਜਾਂਦੇ। ਉਹਨਾਂ ਨੇ ਆਪਣੀ ਜਿੱਦ ਛੱਡੀ ਹੀ ਨਹੀਂ, ਬਾਬੇ ਦਾ ਬੂਹਾ ਛੱਡਿਆ ਹੀ ਨਹੀਂ। ਕਹਿਣ ਲੱਗੇ ਅਸੀਂ ਵੀ ਮਰ ਜਾਂਗੇ ਜਾਂ ਸਾਡਾ ਬੱਚਾ ਜਿੰਦਾ ਕਰੋ। ਤਾਂ ਫਿਰ ਸਤਿਗੁਰੂ ਜੀ ਕੀ ਹੁਕਮ ਲਾਣਗੇ, ਅੱਗੇ ਆਪਾਂ ਕੱਲ੍ਹ ਦੇ ਪ੍ਰਕਰਣਾਂ 'ਚ ਕਥਾ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ।